ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹਿਲਾ ਤੀਜਾ। ਇੱਕ ਓੰਕਾਰ ਦਾ ਭਾਵ ਹੈ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪत्ति ਲੈਤਾ ਪਾਲਣਾ ਔਰ ਸੰਚਾਲਨ ਹੋ ਰਹੀ ਹੈ, ਜੋ ਸਰਬ ਵਿਆਪਕ ਹੈ ਤੇ ਸਾਰਾ ਦਿਸਤਾ ਜਗਤ ਜਿਸ ਦਾ ਪ੍ਰਤੱਖ ਰੂਪ ਹੈ। ਸਤ ਤੋਂ ਭਾਵ ਉਹ ਸदैव ਹੈ, ਅਵਿਨਾਸ਼ੀ ਹੈ ਤੇ ਐਸੇ ਪ੍ਰਭੂ ਦੇ ਨਾਲ ਜੋ ਸਾਂਝ ਬਣਦੀ ਹੈ, ਗੁਣਾਂ ਦੀ ਸਾਂਝ ਬਣਦੀ ਹੈ, ਰਜਾ ਦੀ ਸਮਝ ਆਉਂਦੀ ਹੈ, ਜਾਂ ਉਹਨਾਂ ਗੁਣਾਂ ਦੇ ਅਸੀਂ ਧਾਰਨੀ ਹੋ ਸਕਦੇ ਹਾਂ ਜਾਂ ਰੱਬ ਵਿੱਚ ਸਮਾ ਸਕਦੇ ਹਾਂ, ਉਹਦੇ ਵਾਸਤੇ ਸਾਧਨ ਹੈ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਰਾਹੀਂ ਯਾਨੀ ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਐਸੇ ਪ੍ਰਭੂ ਦੀ ਸਾਨੂੰ ਸੂਝ ਸਮਝ ਮਿਲਦੀ ਹੈ ਔਰ ਮਿਲਾਪ ਹਾਸਲ ਹੁੰਦਾ ਹੈ। ਰਾਮ ਕਲੀ ਕੀ ਵਾਰ ਮਹਿਲਾ ਤੀਜਾ। ਰਾਗ ਰਾਮਕਲੀ ਦੀ ਇਹ ਵਾਰ ਜਿਹੜੀ ਹੈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਵਾਰ ਦੇ ਅੰਦਰ ਜੋ ਪੌੜੀਆਂ ਨੇ ਉਹ ਸਾਰੀਆਂ ਪੌੜੀਆਂ ਗੁਰੂ ਅਮਰਦਾਸ ਜੀ ਦੀਆਂ, ਕਿਉਂਕਿ ਵਾਰ ਪੌੜੀਆਂ ਨੂੰ ਕਹਿੰਦੇ ਨੇ। ਜਿਸ ਵੀ ਗੁਰੂ ਸਾਹਿਬ ਜੀ ਦੀ ਵਾਰ ਹੋਏਗੀ ਉਹ ਪੌੜੀਆਂ ਉਸ ਗੁਰੂ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਣਗੀਆਂ। ਤਾਂ ਇਸ ਵਾਰ ਦੇ ਅੰਦਰ ਜੋ ਪੌੜੀਆਂ ਨੇ ਉਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਉਚਾਰਨ ਕੀਤੀਆਂ ਨੇ। ਤੇ ਜੇ ਕਿਸੇ ਵਾਰ ਦੇ ਅੰਦਰ ਕਿਸੇ ਹੋਰ ਗੁਰੂ ਸਾਹਿਬ ਜੀ ਦੀ ਪੌੜੀ ਆਂਦੀ ਹੈ ਤਾਂ ਉਹਦੇ ਅੱਗੇ ਲਿਖ ਦਿੱਤਾ ਜਾਂਦਾ ਹੈ ਪੌੜੀ ਮਹਿਲਾ, ਅੱਗੇ ਚੌਥਾ ਪੰਜਵਾਂ ਜਾਂ ਜਿਸ ਵੀ ਗੁਰੂ ਸਾਹਿਬ ਜੀ ਦੀ ਪੌੜੀ ਹੁੰਦੀ ਹੈ ਉੱਥੇ ਵੱਖਰਾ ਇਸ਼ਾਰਾ ਦੇ ਦਿੱਤਾ ਜਾਂਦਾ ਹੈ। ਜੋਧ ਹੈ ਵੀਰੈ ਪੂਰ ਬਾਣੀ ਕੀ ਧੁਨੀ। ਤਾਂ ਜਿਵੇਂ ਕਿ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਇਹ ਜੋ ਧੁਨਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਹੀ ਵਾਰਾਂ ਦੇ ਨਾਲ ਅੰਕਿਤ ਕੀਤੀਆਂ ਸਨ। ਜੋਧ ਹੈ ਵੀਰੈ ਪੂਰ ਬਾਣੀ ਕੀ ਧੁਨੀ, ਇਹਨੂੰ ਧਿਆਨ ਨਾਲ ਸਮਝ ਲੈਣਾ। ਜੋਧਾ ਅਤੇ ਵੀਰਾ ਇਹ ਦੋ ਭਰਾ ਸਨ ਜੋ ਪੂਰਵਾਨ ਇੱਕ ਰਾਜਪੂਤ ਦੇ ਬਹਾਦਰ ਪੁੱਤਰ ਸਨ। ਇਹ ਇੰਗਲੈਂਡ ਦੇ ਰਾਬਨ ਹੁੱਡ ਵਾਂਗ ਲੱਖੀ ਜੰਗਲ ਵਿੱਚ ਰਹਿੰਦੇ ਸਨ। ਅਕਬਰ ਇਹਨਾਂ ਨੂੰ ਮਤੀ ਕਰਨਾ ਚਾਹੁੰਦਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਅਣਖ ਵਾਲੇ ਰਾਜਪੂਤ ਹਾਂ, ਕੋਈ ਉਹਨਾਂ ਕਮਜ਼ੋਰਾਂ ਵਾਂਗ ਨਹੀਂ ਹਾਂ ਜੋ ਧੀਆਂ ਦੇ ਕੇ ਉਹਦੀ ਗੁਲਾਮੀ ਕਰਨਾ ਚਾਹੁੰਦੇ ਨੇ। ਅਕਬਰ ਨੇ ਇਹਨਾਂ ਤੇ ਚੜ੍ਹਾਈ ਕਰ ਦਿੱਤੀ। ਇਹ ਬੜੀ ਬਹਾਦਰੀ ਦੇ ਨਾਲ ਲੜੇ ਔਰ ਕੱਟ ਵੱਢ ਕੇ ਮਾਰੇ ਗਏ। ਢਾਡੀਆਂ ਨੇ ਇਹਨਾਂ ਦੀ ਬਹਾਦਰੀ ਦੀ ਵਾਰ ਬਣਾਈ, ਜਿਸ ਦਾ ਨਮੂਨਾ ਇਹ ਪੰਜ ਤੁਕੀ ਪੌੜੀ ਹੈ। ਇਹ ਪੰਜ ਤੁਕੀ ਪੌੜੀ ਜੋ ਮੈਂ ਆਪ ਨੂੰ ਸਰਵਣ ਕਰਾ ਰਿਹਾ। ਜੋਧੇ ਵੀਰ ਪੁਰਬਾਣੀਏ ਦੋ ਗੱਲਾਂ ਕਰੀਨ ਕਰਾਰੀਆਂ, ਫੌਜਾਂ ਚਾੜੀਆਂ ਬਾਦਸ਼ਾਹ ਅਕਬਰ ਨੇ ਭਾਰੀਆਂ, ਸਨਮੁਖ ਹੋਏ ਰਾਜਪੂਤ ਸ਼ੁਤਰੀ ਰਣਕਾਰੀਆਂ, ਇੰਦਰ ਸਣੇ ਅਪਛਰਾ ਮਿਲ ਕਰਨ ਜੁਹਾਰੀਆਂ, ਇਹੀ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ। ਤਾਂ ਜਿਸ ਤਰਜ਼ ਤੇ ਇਹ ਵਾਰ ਗਾਈ ਗਈ ਜੋਧੇ ਵੀਰੇ ਦੀ, ਉਸੇ ਤਰਜ਼ ਦੇ ਉੱਤੇ ਗੁਰੂ ਸਾਹਿਬ ਜੀ ਨੇ ਇਸ ਵਾਰ ਦੀਆਂ ਪੌੜੀਆਂ ਨੂੰ ਗਾਉਣ ਦੀ ਹਿਦਾਇਤ ਕੀਤੀ ਹੈ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਸਹਿਜੈ ਦਾ ਖੇਤ ਹੈ ਜਿਸ ਨੂੰ ਲਾਏ ਭਾਉ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ, ਪਰਮ ਸ਼ਾਂਤੀ। ਜੋ ਸਤਿਗੁਰੂ ਹੈ ਉਹ ਸਹਿਜ ਦਾ, ਸ਼ਾਂਤੀ ਦਾ ਮਾਨੋ ਇੱਕ ਖੇਤ ਹੈ। ਜਿਸ ਨੂੰ ਲਾਏ ਭਾਉ ਦਾ ਮਤਲਬ ਕਿ ਜਿਸ ਨੂੰ ਗੁਰੂ ਦਾ ਪਿਆਰ ਮਿਲਦਾ ਹੈ, ਜੋ ਗੁਰੂ ਦੇ ਨਾਲ ਪ੍ਰੀਤ ਪਾਉਂਦਾ ਹੈ, ਉਹਦੀ ਸੋਚ ਜਾਂ ਉਹਦੀ ਜ਼ਿੰਦਗੀ ਕੈਸੀ ਹੋ ਜਾਂਦੀ ਹੈ, ਗੁਰੂ ਜੀ ਸਾਨੂੰ ਸਮਝਾ ਰਹੇ ਨੇ। ਸਤਿਗੁਰ ਸਹਿਜੇ ਦਾ ਖੇਤ ਹੈ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ, ਸ਼ਾਂਤੀ। ਸਤਿਗੁਰੂ ਅਡੋਲਤਾ ਤੇ ਸ਼ਾਂਤੀ ਦਾ ਖੇਤ ਹੈ। ਤੇ ਜਿਸ ਨੂੰ ਇਸ ਅਡੋਲਤਾ ਦੇ ਖੇਤ ਯਾਨੀ ਗੁਰੂ ਦੇ ਨਾਲ ਪਿਆਰ ਬਖਸ਼ਦਾ ਹੈ ਰੱਬ, ਜਾਂ ਜਿਸ ਦਾ ਸ਼ਾਂਤੀ ਦੇ ਸੋਮੇ ਗੁਰੂ ਦੇ ਨਾਲ ਪਿਆਰ ਬਣਦਾ ਹੈ, ਉਸ ਬੰਦੇ ਦੀ ਨਿਸ਼ਾਨੀ ਕੀ, ਉਸ ਬੰਦੇ ਦਾ ਜੀਵਨ ਕੈਸਾ ਹੁੰਦਾ ਹੈ, ਅਗਲੀ ਪੰਕਤੀ ਵਿੱਚ ਦੱਸ ਰਹੇ ਨੇ ਕਿ ਉਹ ਇਨਸਾਨ ਜਿਸ ਦਾ ਸ਼ਾਂਤੀ ਦੇ ਸੋਮੇ ਗੁਰੂ ਦੇ ਨਾਲ ਪਿਆਰ ਹੁੰਦਾ ਹੈ, ਨਾਉ ਬੀਜੇ ਨਾਉ ਉਗਵੇ, ਨਾਉ ਬੀਜੇ ਨਾਉ ਉਗਵੈ, ਨਾਮੇ ਰਹਿ ਸਮਾਏ। ਨਾਉ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਬੀਜੇ ਦਾ ਮਤਲਬ ਬੀਜਦਾ ਹੈ, ਉਗਵੇ ਦਾ ਮਤਲਬ ਉਗਦਾ ਹੈ, ਸਮਾਏ ਦਾ ਮਤਲਬ ਸਮਾਇਆ ਰਹਿੰਦਾ ਹੈ। ਤਾਂ ਜਿਸ ਦਾ ਗੁਰੂ ਦੇ ਨਾਲ ਪਿਆਰ ਬਣਦਾ ਹੈ
ਉਹ ਪ੍ਰਭੂ ਦੇ ਸਿਫਤ ਸਲਾਹ ਦੇ ਬੀਜ ਬੀਜਦਾ ਹੈ ਆਪਣੇ ਹਿਰਦੇ ਵਿੱਚ, ਆਪਣੀ ਸੋਚ ਅੰਦਰ। ਨਾਉ ਉਗਵੇ, ਉਹਦੇ ਅੰਦਰੋਂ ਸਿਫਤ ਸਲਾਹ ਰੱਬੀ ਗੁਣ ਹੀ ਪੈਦਾ ਹੁੰਦੇ ਨੇ। ਨਾਮੇ ਰਹੇ ਸਮਾਏ, ਉਹ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਹੀ ਸਮਾਇਆ ਰਹਿੰਦਾ। ਯਾਨੀ ਜਿਸ ਦਾ ਗੁਰੂ ਦੇ ਨਾਲ ਪਿਆਰ ਹੁੰਦਾ ਹੈ, ਉਹ ਇਨਸਾਨ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਦਾ ਹੈ, ਆਪਣੇ ਅੰਦਰ ਰੱਬੀ ਗੁਣਾਂ ਨੂੰ ਵਸਾਉਂਦਾ ਹੈ। ਰੱਬੀ ਗੁਣ ਹੀ ਉਹਦੇ ਤੋਂ ਪ੍ਰਗਟ ਹੁੰਦੇ ਨੇ ਔਰ ਰੱਬੀ ਗੁਣਾਂ ਦੇ ਅੰਦਰ ਹੀ ਉਹ ਸਮਾਇਆ ਰਹਿੰਦਾ ਹੈ। ਮਤਲਬ ਕਿ ਮਨ, ਬਚਨ ਔਰ ਕਰਮ ਕਰਕੇ ਉਹ ਇਨਸਾਨ ਰੱਬੀ ਗੁਣਾਂ ਦੇ ਨਾਲ ਜੁੜਿਆ ਰਹਿੰਦਾ ਹੈ, ਜਿਸ ਦਾ ਸਤਿਗੁਰ ਦੇ ਨਾਲ ਪਿਆਰ ਹੁੰਦਾ ਹੈ। ਹਉਮੈ ਇਹੋ ਬੀਜ ਹੈ, ਸਹਸਾ ਗਿਆ ਵਿਲਾਏ। ਬੀਜ ਦਾ ਮਤਲਬ ਇੱਥੇ ਹੈ ਮੁੱਢ, ਮੂਲ। ਗਿਆ ਵਿਲਾਏ ਦਾ ਮਤਲਬ ਦੂਰ ਹੋ ਜਾਂਦਾ ਹੈ। ਹੁਣ ਜਿੰਨੇ ਵੀ ਸਾਡੇ ਸੰਸੇ ਨੇ, ਭਰਮ ਨੇ, ਵਹਿਮ ਨੇ, ਸਹਿਮ ਨੇ, ਇਹਨਾਂ ਸਾਰਿਆਂ ਦਾ ਜੋ ਸੰਸਿਆਂ ਦਾ ਮੂਲ ਮੁੱਢ ਹੈ, ਉਹ ਬੰਦੇ ਦੀ ਈਗੋ ਹੈ, ਬੰਦੇ ਦੀ ਹਉਮੈ ਹੈ। ਹਉਮੈ ਇਹੋ ਬੀਜ ਹੈ। ਇਹ ਜੋ ਸੰਸਿਆਂ ਦਾ ਮੂਲ ਹਉਮੈ ਹੈ, ਉਹ ਗੁਰੂ ਦੇ ਪਿਆਰੇ ਸਿੱਖ ਵਿੱਚ ਨਹੀਂ ਹੁੰਦੀ। ਜਿਹਦਾ ਪਿਆਰ ਗੁਰੂ ਨਾਲ ਹੈ, ਜੋ ਰੱਬੀ ਰਜਾ ਵਿੱਚ ਤੁਰਦਾ ਹੈ, ਉਸ ਦੇ ਅੰਦਰ ਹਉਮੈ ਨਹੀਂ ਹੈ। ਉਹ ਆਪ ਖੁਦਰਾ ਨਹੀਂ ਹੈ, ਉਹ ਰੱਬੀ ਰਜਾ ਦੇ ਵਿੱਚ ਤੁਰਨ ਵਾਲਾ ਹੈ। ਰੱਬੀ ਰਜਾ ਦੇ ਵਿੱਚ ਤੁਰਨ ਵਾਲੇ ਇਨਸਾਨ ਦੇ ਅੰਦਰ ਹਉਮੈ ਹੈ ਹੀ ਨਹੀਂ ਹੈ। ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਚੰਗੀ ਤਰ੍ਹਾਂ ਵਿਚਾਰਿਆ ਸੀ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਜਿਸ ਨੂੰ ਰੱਬੀ ਰਜਾ ਦੀ ਭਾਣੇ ਦੀ ਸਮਝ ਆ ਜਾਂਦੀ ਹੈ, ਉਹ ਇਨਸਾਨ ਹੋ ਮੈਂ ਨਹੀਂ ਕਹਿੰਦਾ। ਉਹ ਇਹ ਗੱਲ ਸੋਚਦਾ ਹੀ ਨਹੀਂ ਕਿ ਮੈਂ ਜਾਂ ਕੋਈ ਹੋਰ ਰੱਬੀ ਹੁਕਮ ਤੋਂ ਬਾਹਰ ਵੀ ਕੁਝ ਕਰ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਦੇ ਅੰਦਰ ਹਉਮੈ ਨਹੀਂ ਹੁੰਦੀ, ਜੋ ਹਰ ਚੀਜ਼ ਦਾ ਮੂਲ ਹੈ ਵਿਕਾਰਾਂ ਦਾ। ਇਸ ਲਈ ਸਹਸਾ ਗਿਆ ਵਿਲਾਏ। ਵਿਲਾਏ ਦਾ ਮਤਲਬ ਦੂਰ ਹੋ ਜਾਂਦਾ ਹੈ, ਗਿਆ ਵਿਲਾਏ ਦਾ ਮਤਲਬ ਦੂਰ ਹੋ ਜਾਂਦਾ ਹੈ। ਇਸ ਲਈ ਉਸ ਮਨੁੱਖ ਦੇ ਅੰਦਰੋਂ ਸਹਿਮ ਵੀ ਮੁੱਕ ਜਾਂਦਾ ਹੈ, ਉਹਦੀ ਜ਼ਿੰਦਗੀ ਚੋਂ ਸੰਸੇ ਮੁੱਕ ਜਾਂਦੇ ਨੇ, ਉਹਦੀ ਜ਼ਿੰਦਗੀ ਦੇ ਅੰਦਰ ਕੋਈ ਤੌਖਲਾ ਨਹੀਂ ਹੁੰਦਾ, ਕਿਉਂਕਿ ਉਸ ਨੂੰ ਅਸਲੀਅਤ ਦਾ ਪਤਾ ਹੁੰਦਾ ਹੈ। ਇਸ ਲਈ ਉਸ ਮਨੁੱਖ ਦੀ ਜ਼ਿੰਦਗੀ ਵਿੱਚੋਂ ਹਉਮੈ ਵੀ ਚਲੀ ਗਈ ਔਰ ਸੰਸੇ ਵੀ ਚਲੇ ਜਾਂਦੇ ਨੇ। ਨਾ ਕਿਛ ਬੀਜੇ ਨਾ ਉਗਵੇ, ਜੋ ਬਖਸ਼ੇ ਸੋ ਖਾਏ। ਨਾ ਕਿਛ ਬੀਜੇ, ਨਾ ਤੇ ਕੋਈ ਉਹ ਵਿਕਾਰਾਂ ਵਾਲਾ ਬੀਜ ਬੀਜਦਾ ਹੈ, ਕਿਉਂਕਿ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਰੁੱਝਿਆ ਹੈ, ਮਨ, ਬਚਨ ਔਰ ਕਰਮ ਕਰਕੇ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਇਨਸਾਨ ਨਾ ਤਾਂ ਕੋਈ ਹੋਰ ਪਿਆਰ ਤੋਂ ਇਲਾਵਾ, ਸੱਚ ਤੋਂ ਇਲਾਵਾ, ਨਾ ਤਾਂ ਅੰਦਰ ਕੋਈ ਬੀਜ ਬੀਜਦਾ ਹੈ, ਸੋਚਦਾ ਵੀ ਨਹੀਂ ਉਹ। ਨਾ ਉਗਵੇ, ਤੇ ਗੁਰੂ ਦੇ ਪਿਆਰੇ ਦੇ ਅੰਦਰ ਨਾ ਹੀ ਕੋਈ ਵਿਕਾਰਾਂ ਦੇ ਬੀਜ ਪੈਦਾ ਹੁੰਦੇ ਨੇ, ਨਾ ਹੀ ਉਹਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਉਹ ਇਨਸਾਨ ਕਰਦਾ ਕੀ ਹੈ? ਜੋ ਬਖਸ਼ੇ ਸੋ ਖਾਏ। ਜੋ ਬਖਸ਼ੇ ਦਾ ਮਤਲਬ ਜੋ ਪ੍ਰਭੂ ਬਖਸ਼ਦਾ ਹੈ ਉਹੀ ਉਹ ਖਾਂਦਾ ਹੈ। ਇਹ ਚੀਜ਼ ਸਮਝਣ ਵਾਲੀ ਹੈ। ਜੋ ਬਖਸ਼ੇ ਸੋ ਖਾਏ, ਜੋ ਰੱਬ ਬਖਸ਼ਦਾ ਹੈ ਉਹੀ ਉਹ ਖਾਂਦਾ ਹੈ। ਮਤਲਬ ਕਿ ਉਹ ਰੱਬੀ ਰਜਾ ਦੇ ਵਿੱਚ ਤੁਰਦਾ ਹੈ। ਉਸ ਨੂੰ ਪਤਾ ਹੈ ਕਿ ਰੱਬੀ ਰਜਾ ਦੇ ਅੰਦਰ ਹੀ ਮੈਨੂੰ ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਮਿਲੇਗੀ। ਉਹ ਰੱਬੀ ਰਜਾ ਤੋਂ ਉਲਟ ਨਾ ਕੁਝ ਸੋਚਦਾ ਹੈ, ਨਾ ਕੁਝ ਬੋਲਦਾ ਹੈ, ਨਾ ਕੁਝ ਕਰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਰੱਬੀ ਰਜਾ ਤੋਂ ਬਿਨਾਂ ਕੁਝ ਹੁੰਦਾ ਨਹੀਂ ਹੈ। ਤਾਂ ਜੋ ਪ੍ਰਭੂ ਨੇ ਬਖਸ਼ਿਆ ਹੈ, ਭਾਵ ਜੋ ਰੱਬੀ ਰਜਾ ਹੈ, ਉਹਦੇ ਅੰਦਰ ਉਹ ਜੀਵਨ ਬਤੀਤ ਕਰਦਾ ਹੈ। ਰੱਬੀ ਰਜਾ ਤੋਂ ਉਲਟ ਨਹੀਂ, ਕੋਈ ਉਹ ਵਿਕਾਰਾਂ ਦਾ ਬੀਜ ਬੀਜਦਾ ਨਹੀਂ, ਕੋਈ ਉਹ ਸੋਚਦਾ ਨਹੀਂ, ਕੁਝ ਬੋਲਦਾ ਨਹੀਂ, ਕੁਝ ਕਰਦਾ ਨਹੀਂ ਰੱਬੀ ਰਜਾ ਤੋਂ ਉਲਟ। ਤੇ ਉਹਨੂੰ ਫਿਰ ਮਿਲਦਾ ਕੀ ਹੈ? ਐਸੇ ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ? ਅੰਭੈ ਸੇਤੀ ਅੰਭ ਰਲਿਆ, ਬਹੁੜ ਨਾ ਨਿਕਸਿਆ ਜਾਏ। ਅੰਭ ਦਾ ਮਤਲਬ ਹੁੰਦਾ ਹੈ ਪਾਣੀ। ਅੰਭੈ ਸੇਤੀ ਅੰਭ ਰਲਿਆ ਦਾ ਮਤਲਬ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ। ਬਹੁੜ ਦਾ ਮਤਲਬ ਮੁੜ ਕੇ। ਨਿਕਸਿਆ ਨਾ ਨਿਕਸਿਆ ਜਾਏ ਦਾ ਮਤਲਬ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਜਿਵੇਂ ਦੋ ਗਲਾਸ ਅਲੱਗ-ਅਲੱਗ ਪਾਣੀ ਦੇ ਭਰੇ ਨੇ ਤੇ ਉਹਨਾਂ ਨੂੰ ਕਿਸੇ ਪਾਣੀ ਦੇ ਭਰੇ ਟੱਬ ਦੇ ਅੰਦਰ ਪਾ ਦਿੱਤਾ ਜਾਏ ਤਾਂ ਮੁੜ ਕੇ ਉਸ ਸੇਮ ਪਾਣੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਕਿ ਜਿਹੜਾ ਪਹਿਲੇ ਗਲਾਸ ਵਿੱਚ ਸੇਮ ਪਾਣੀ ਸੀ ਉਹਨੂੰ ਬਾਹਰ ਕੱਢ ਲਵੇ, ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ।
ਸਮੁੰਦਰ ਦੇ ਵਿੱਚ ਗਿਰੀ ਹੋਈ ਬੂੰਦ, ਸੇਮ ਬੂੰਦ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਪਾਣੀ ਵਿੱਚ ਮਿਲ ਗਈ ਸੋ ਮਿਲ ਗਈ। ਇਸੇ ਤਰ੍ਹਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ, ਜੋ ਰੱਬੀ ਸਿਫਤ ਸਲਾਹ ਕਰਦਾ ਹੈ, ਔਰ ਜਿਸਨੇ ਆਪਣੇ ਆਪ ਨੂੰ ਗੁਣਾਂ ਦੇ ਅੰਦਰ ਲੀਨ ਕਰ ਦਿੱਤਾ ਹੈ, ਉਹ ਇਨਸਾਨ ਰੱਬ ਦੇ ਅੰਦਰ ਹੀ ਸਮਾ ਜਾਂਦਾ ਹੈ। ਉਹਦੀ ਜੋ ਸੋਚ ਹੈ ਰੱਬ ਦੀ ਸੋਚ ਵਿੱਚ ਮਿਲ ਜਾਂਦੀ ਹੈ, ਗੁਰੂ ਦੀ ਸੋਚ ਵਿੱਚ ਮਿਲ ਜਾਂਦੀ ਹੈ, ਤੇ ਮੁੜ ਕੇ ਉਸ ਨੂੰ ਰੱਬ ਨਾਲੋਂ, ਉਹਨਾਂ ਗੁਣਾਂ ਨਾਲੋਂ ਵੱਖਰਿਆ ਨਹੀਂ ਕੀਤਾ ਜਾ ਸਕਦਾ। ਉਹ ਇਨਸਾਨ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਸੰਗ ਜੋਤ ਸਮਾਨ ਦਾ ਮਤਲਬ ਹੈ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਂਦੀ, ਤੇ ਸੋਚ ਦਾ ਰੱਬ ਦੇ ਵਿੱਚ ਮਿਲ ਜਾਣਾ ਹੀ ਰੱਬ ਨੂੰ ਪਾ ਲੈਣਾ ਹੈ ਜਾਂ ਰੱਬ ਵਰਗਾ ਹੋ ਜਾਣਾ ਹੈ। ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾ ਆਏ। ਇੱਥੇ ਚਲਤ ਪੋਲਾ ਜਾਂ ਨਹੀਂ ਪੜਨਾ, ਚਲਤ। ਚਲਤ ਦਾ ਮਤਲਬ ਚਲਿੱਤਰ, ਖੇਲ, ਜੀਵਨ ਦਾ ਢੰਗ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਦਾ। ਵੇਖੋ ਲੋਕਾਂ ਦਾ ਮਤਲਬ ਲੋਕੋ ਤੁਸੀਂ ਵੇਖ ਲਓ, ਯਾਨੀ ਪਰਖ ਲਓ। ਤਾਂ ਗੁਰੂ ਜੀ ਕਹਿੰਦੇ ਹਨ, ਹੇ ਨਾਨਕ, ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਦਾ ਜੀਵਨ ਐਸਾ ਹੈ ਕਿ ਉਹ ਹੁਕਮ ਦੇ ਵਿੱਚ ਤੁਰਦਾ ਰੱਬ ਵਰਗਾ ਹੀ ਹੋ ਜਾਂਦਾ ਹੈ। ਬੇਸ਼ੱਕ ਆ ਕੇ ਵੇਖ ਲਓ। ਆ ਕੇ ਵੇਖਣ ਦਾ ਮਤਲਬ ਇਹ ਹੈ ਕਿ ਪਰਖ ਕੇ ਵੇਖ ਲਓ, ਅਜ਼ਮਾ ਕੇ ਦੇਖ ਲਓ, ਸੋਚ ਸਮਝ ਕੇ ਵਿਚਾਰ ਕੇ ਦੇਖ ਲਓ। ਕਿਸੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ ਬੰਦੇ ਦੇ ਜੀਵਨ ਨੂੰ ਪਰਖ ਕੇ ਦੇਖ ਲਓ, ਉਹਦਾ ਜੀਵਨ ਉੱਚਾ ਸੁੱਚਾ ਹੋਏਗਾ। ਪਹਿਲਾਂ ਵੀ ਸੀ ਜੋ ਪਹਿਲਾਂ ਗੁਰੂ ਦੇ ਦੱਸੇ ਰਾਹ ਤੇ ਤੁਰੇ, ਉਹਨਾਂ ਦਾ ਜੀਵਨ ਵੀ ਪਰਖ ਕੇ ਦੇਖ ਲਓ। ਜੇ ਕੋਈ ਅੱਜ ਚੱਲ ਰਿਹਾ ਹੈ ਤਾਂ ਅੱਜ ਵੀ ਉਹਦਾ ਜੀਵਨ ਮਹਾਨ ਹੈ, ਆਉਣ ਵਾਲੇ ਸਮੇਂ ਵਿੱਚ ਚੱਲੇਗਾ, ਉਹਦਾ ਜੀਵਨ ਮਹਾਨ ਹੋਏਗਾ। ਉਹਨੂੰ ਪਰਖ ਕੇ ਵੇਖਿਆ ਜਾ ਸਕਦਾ ਹੈ, ਔਰ ਇਤਿਹਾਸ ਗਵਾਹ ਹੈ, ਪਰਖ ਕੇ ਵੇਖਿਆ ਗਿਆ ਹੈ, ਤੇ ਉਹ ਲੋਕ ਪਰਖ ਦੇ ਉੱਤੇ ਪੂਰੇ ਉਤਰੇ ਨੇ। ਉਹਨਾਂ ਦਾ ਹੀ ਨਾਮ ਇਸ ਸੰਸਾਰ ਦੇ ਅੰਦਰ ਰਹਿੰਦੀ ਦੁਨੀਆ ਤੱਕ ਫਿਰ ਰਹਿੰਦਾ ਵੀ ਹੈ। ਹੁਣ ਗੁਰੂ ਜੀ ਕਹਿੰਦੇ ਨੇ ਪਰਖ ਵਾਸਤੇ ਦਿਮਾਗ ਚਾਹੀਦਾ ਹੈ, ਅਕਲ ਚਾਹੀਦੀ ਹੈ, ਸੂਝ ਚਾਹੀਦੀ ਹੈ, ਸਮਝ ਚਾਹੀਦੀ ਹੈ, ਕਾਮਨ ਸੈਂਸ ਚਾਹੀਦੀ ਹੈ। ਲੋਕ ਕੇ ਵੇਖੈ ਬਪੁੜਾ, ਜਿਸ ਨੂੰ ਸੋਝੀ ਨਾਹੀਂ। ਬਪੁੜਾ ਦਾ ਮੀਨਿੰਗ ਹੁੰਦਾ ਹੈ ਵਿਚਾਰਾ। ਵਿਚਾਰਾ, ਲੋਕ ਦਾ ਮਤਲਬ ਹੈ ਜਗਤ। ਲੋਕ ਕੇ ਵੇਖੈ ਬਪੁੜਾ, ਪਰ ਇਹ ਜਗਤ ਵਿਚਾਰਾ ਕੀ ਵੇਖੇ, ਇਹ ਪਰਖ ਕੀ ਕਰੇ। ਜਿਸ ਨੂੰ ਸੋਝੀ ਨਾ ਹੈ, ਜਿਹਨੂੰ ਆਪ ਹੀ ਸੂਝ ਨਹੀਂ ਹੈ, ਜਿਹਨੂੰ ਪਰਖਣ ਦੀ ਸੂਝ ਨਹੀਂ, ਜਿਹਨੂੰ ਆਪ ਸਮਝ ਨਹੀਂ, ਉਹ ਦੂਜੇ ਬੰਦੇ ਨੂੰ ਕਿਵੇਂ ਪਰਖੇਗਾ? ਉਹ ਦੂਜੇ ਬੰਦੇ ਨੂੰ ਕਿਵੇਂ ਪਰਖੇ? ਜਿਵੇਂ 2 ਮਿੰਟ ਵਾਸਤੇ ਹੈ, ਮੈਂ ਇੱਕ ਨਿੱਕੀ ਜਿਹੀ ਮਿਸਾਲ ਆਪ ਦੇ ਸਾਹਮਣੇ ਰੱਖਾਂ। ਮੰਨ ਲਓ ਅਸੀਂ ਕੋਈ ਹਸਪੀਟਲ ਬਣਾਉਂਦੇ ਹਾਂ, ਤੇ ਅਸੀਂ ਉਸ ਹਸਪੀਟਲ ਦੇ ਅੰਦਰ ਕੋਈ ਡਾਕਟਰ ਨਿਯੁਕਤ ਕਰਨਾ ਹੈ, ਤੇ ਹੁਣ ਅਸੀਂ ਪਰਖਣ ਬਹਿ ਜਾਈਏ, ਮੈਂ ਪਰਖਣ ਬਹਿ ਜਾਵਾਂ ਜਾਂ ਤੁਸੀਂ ਪਰਖਣ ਲੱਗ ਜਾਓ, ਤਾਂ ਅਸੀਂ ਕੀ ਪਰਖਾਂਗੇ ਡਾਕਟਰ ਨੂੰ? ਕਿਉਂਕਿ ਨਾ ਤੇ ਸਾਨੂੰ ਉਹਦੀ ਲੈਂਗੁਏਜ ਆਉਂਦੀ ਹੈ, ਨਾ ਸਾਨੂੰ ਬਿਮਾਰੀਆਂ ਬਾਰੇ ਪਤਾ ਹੈ, ਨਾ ਸਾਨੂੰ ਦਵਾਈਆਂ ਬਾਰੇ ਪਤਾ ਹੈ। ਦਵਾਈਆਂ ਕਿਵੇਂ ਕੰਮ ਕਰਦੀਆਂ ਨੇ, ਬਿਮਾਰੀਆਂ ਕਿਉਂ ਪੈਦਾ ਹੋ ਜਾਂਦੀਆਂ ਨੇ, ਦਵਾਈਆਂ ਨਾਲ ਉਹਨਾਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ, ਸਾਨੂੰ ਤਾਂ ਕੋਈ ਸੂਝ ਸਮਝ ਹੈ ਹੀ ਨਹੀਂ। ਤਾਂ ਮੈਂ ਡਾਕਟਰ ਨੂੰ ਕੀ ਪਰਖਾਂਗਾ? ਪਰਖ ਨਹੀਂ ਹੈ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੁਣ ਜਿਸ ਨੂੰ ਸੂਝ ਹੀ ਨਹੀਂ, ਉਹ ਉਸ ਨੂੰ ਪਰਖ ਕੀ ਕਰੇਗਾ? ਔਰ ਅੱਜ ਹਕੀਕਤ ਇਹ ਹੈ ਕਿ ਜੋ ਧਰਮ ਹੈ ਨਾ, ਇਹ ਬਹੁਤੇ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਿਨ੍ਹਾਂ ਨੂੰ ਧਰਮ ਦੀ ਪਰਖ ਹੀ ਨਹੀਂ ਹੈ, ਜਿਨ੍ਹਾਂ ਦੇ ਕੋਲ ਧਰਮ ਦੀ ਪਰਿਭਾਸ਼ਾ ਨਹੀਂ ਹੈ। ਇੱਥੇ ਦੁਖਾਂਤ ਹੈ ਮਨੁੱਖ ਦਾ, ਇਧਰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਗੁਰੂ ਦੇ ਗਿਆਨ ਨੂੰ ਸਮਝਣ ਦੀ ਜ਼ਰੂਰਤ ਹੈ, ਆਣੀ ਨੂੰ ਸਮਝਣ ਦੀ ਲੋੜ ਹੈ। ਤਾਂ ਅਸੀਂ ਉਸ ਜੀਵਨ ਨੂੰ ਪਰਖ ਸਕਦੇ ਹਾਂ, ਉਹਦੀ ਸੋਚ ਨੂੰ ਪਰਖ ਸਕਦੇ ਹਾਂ। ਗੱਲ ਤਾਂ ਸੋਚ ਦੀ ਹੁੰਦੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਜਗਤ ਵਿਚਾਰਾ ਕੀ ਪਰਖੇਗਾ ਉਹਦੀ ਸੋਚ ਨੂੰ, ਉਹਦੇ ਬਾਰੇ ਕੀ ਜਾਣੇਗਾ, ਜਿਹਨੂੰ ਆਪ ਹੀ ਸੋਝੀ ਨਹੀਂ ਹੈ। ਜਿਸ ਵੇਖਾਲੇ ਸੋ ਵੇਖੈ, ਜਿਸ ਵਸਿਆ ਮਨ ਮਾਹੇ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਗੱਲ ਉਹੀ ਮਨੁੱਖ ਵੇਖ ਸਕਦਾ ਹੈ ਜਿਸ ਵੇਖਾਲੇ, ਜਿਹਨੂੰ ਪ੍ਰਭੂ ਆਪ ਸੂਝ ਬਖਸ਼ੇ,
ਤੇ ਸੂਝ ਕਿਹਨੂੰ ਬਖਸ਼ਦਾ ਹੈ? ਜਿਸ ਵਸਿਆ ਮਨ ਮਾਹੇ, ਜਿਹਦੇ ਆਪਣੇ ਮਨ ਦੇ ਅੰਦਰ, ਜਿਹਦੀ ਸੋਚ ਦੇ ਅੰਦਰ ਰੱਬੀ ਗੁਣ ਵਸੇ ਹੋਣ, ਉਹ ਬੰਦਾ ਪਰਖ ਸਕਦਾ ਨਾ ਦੂਜੇ ਨੂੰ। ਜਿਸ ਦੀ ਜੈਸੀ ਸੋਚ ਹੋਵੇਗੀ ਉਹ ਬੰਦਾ ਦੂਜੇ ਦੀ ਪਰਖ ਵੀ ਕਰ ਸਕਦਾ ਹੈ ਕਿ ਇਹ ਬੰਦਾ ਠੀਕ ਹੈ, ਗਲਤ ਹੈ, ਜਾਂ ਇਹਨੇ ਕਿੰਨੀ ਮਹਾਨ ਘਾਲਨਾ ਘਾਲੀ ਹੈ। ਉਸ ਘਾਲਨਾ ਨੂੰ ਉਹ ਸਮਝ ਸਕਦਾ ਹੈ ਜਿਸ ਬੰਦੇ ਨੇ ਆਪਣੇ ਮਨ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਇਆ ਹੈ। ਮੰਨ ਲਓ ਸਪੋਜ਼ ਮੈਂ ਫਿਰ ਡਾਕਟਰ ਦਾ ਹੀ ਪ੍ਰਮਾਣ ਲੈ ਕੇ ਗੱਲ ਕਰਾਂ, ਤਾਂ ਇੱਕ ਡਾਕਟਰ ਜਿਹੜਾ ਹੈ ਉਹ ਦੂਜੇ ਡਾਕਟਰ ਨੂੰ ਸਮਝ ਸਕਦਾ ਹੈ ਕਿਉਂਕਿ ਉਹਨੇ ਆਪ ਮਿਹਨਤ ਕੀਤੀ ਹੈ। ਉਹਨੂੰ ਪਤਾ ਹੈ ਕਿ ਕਿੰਨੀ ਪੜ੍ਹਾਈ ਕਰਨੀ ਪੈਂਦੀ ਹੈ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਹਦੀ ਮਿਹਨਤ ਦੀ ਵੈਲਿਊ ਨੂੰ ਉਹ ਬੰਦਾ ਪਾ ਸਕਦਾ ਜਿਹਨੇ ਆਪ ਉਸ ਟਾਈਪ ਦੀ ਮਿਹਨਤ ਕੀਤੀ ਹੋਵੇ। ਤੇ ਜਿਹਨੇ ਮਿਹਨਤ ਹੀ ਨਹੀਂ ਕੀਤੀ, ਸਾਡੇ ਵਰਗੇ ਤੇ ਕਹਿੰਦੇ ਨੇ ਹਾਂ ਬਣਿਆ ਫਿਰਦਾ ਵੱਡਾ ਡਾਕਟਰ। ਇੰਨੀ ਗੱਲ ਕਹਿਣ ਨਾਲ ਸਾਨੂੰ ਕੀ ਫਰਕ ਪੈਂਦਾ? ਇਸ ਲਈ ਜਿਹੜਾ ਇਹਨਾਂ ਰਾਹਾਂ ਤੇ ਚੱਲਦੇ ਨੇ, ਜਿਨ੍ਹਾਂ ਨੇ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਕੀਤਾ ਹੈ, ਔਗੁਣਾਂ ਤੋਂ ਉਤਾਂ ਉੱਠੇ ਨੇ, ਗੁਣਾਂ ਦੇ ਵਿੱਚ ਜੋ ਤੁਰੇ ਨੇ, ਗੁਣਾਂ ਵਾਲੀ ਜ਼ਿੰਦਗੀ ਜੀਵੀ ਹੈ, ਉਹਨਾਂ ਨੂੰ ਫਿਰ ਪਰਖ ਹੁੰਦੀ ਹੈ, ਉਹਨਾਂ ਨੂੰ ਸਮਝ ਹੁੰਦੀ ਹੈ। ਉਹ ਫਿਰ ਉਹਦੀ ਕਦਰ ਕਰਦੇ ਨੇ, ਉਹ ਕਦਰ ਕਰਦੇ ਨੇ, ਉਹ ਫਿਰ ਸਮਝਦੇ ਨੇ ਇਸ ਚੀਜ਼ ਨੂੰ। ਨਹੀਂ ਤਾਂ ਇਸ ਦੁਨੀਆ ਦੇ ਅੰਦਰ ਗੁਣੀ ਬੰਦੇ ਦੀ ਕਦਰ ਵੀ ਕੋਈ ਨਹੀਂ ਕਰਦਾ, ਚੰਗੇ ਬੰਦੇ ਦੀ ਕਦਰ ਵੀ ਨਹੀਂ ਕਰਦਾ। ਚੰਗੇ ਬੰਦੇ ਦੀ ਕਦਰ ਉਹ ਕਰੇਗਾ ਜਿਸ ਨੂੰ ਚੰਗਿਆਈਆਂ ਬਾਰੇ ਪਤਾ ਹੈ। ਇਸੇ ਲਈ ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਕਿਹਾ ਨਾ ਕਿ ਬੰਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕਬੀਰ ਜੀ ਕਹਿੰਦੇ ਨੇ ਮੈਂ ਵੇਖਿਆ ਹੈ ਹੀਰਾ ਹੱਟੀਆਂ ਤੇ ਵਿਕਦਾ ਫਿਰਦਾ ਹੈ, ਹੱਟੀਆਂ ਤੇ ਵਿਕਦਾ ਫਿਰਦਾ ਹੈ। ਕਿਉਂ? ਕਿਉਂਕਿ ਪਰਖ ਨਹੀਂ ਹੈ। ਤੇ ਜਦੋਂ ਪਰਖ ਹੀ ਨਹੀਂ ਤੇ ਕੌਡੀਆਂ ਦੇ ਬਦਲੇ, ਕੌਡੀਆਂ ਦੇ ਭਾਅ ਵਿਕੇਗਾ। ਇਸ ਲਈ ਇਸ ਦੁਨੀਆ ਦੇ ਅੰਦਰ ਜੋ ਚੰਗੇ ਇਨਸਾਨ ਨੇ, ਆਮ ਜੋ ਬੁਰੇ ਲੋਕ ਨੇ, ਉਹਨਾਂ ਦੀ ਕਦਰ ਨਹੀਂ ਪਾਉਂਦੇ। ਚੰਗੇ ਇਨਸਾਨ ਹੀ ਚੰਗਿਆਂ ਦੀ ਕਦਰ ਕਰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਬੰਦਾ ਹੀ ਕਦਰ ਨੂੰ ਜਾਣੇਗਾ ਜਿਸ ਨੂੰ ਰੱਬ ਸੂਝ ਬਖਸ਼ਦਾ ਹੈ ਔਰ ਜਿਸ ਦੇ ਮਨ ਦੇ ਅੰਦਰ ਰੱਬੀ ਗੁਣ ਵਸੇ ਨੇ। ਮਹਿਲਾ ਤੀਜਾ, ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਹੁਣ ਜਿੱਥੇ ਸਤਿਗੁਰ ਨੂੰ ਸੁੱਖ ਦਾ, ਸ਼ਾਂਤੀ ਦਾ, ਆਨੰਦ ਦਾ, ਖੇੜੇ ਦਾ, ਪ੍ਰਸੰਨਤਾ ਦਾ, ਸਹਿਜ ਦਾ ਖੇਤ ਦੱਸਿਆ, ਔਰ ਜਿੱਥੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਇਨਸਾਨ ਨੂੰ ਸੁੱਖ, ਸ਼ਾਂਤੀ, ਆਨੰਦ, ਖੇੜੇ, ਪ੍ਰਸੰਨਤਾ, ਗੁਣਾਂ ਦਾ ਔਰ ਉੱਚੀ ਸੋਚ ਦਾ ਖੇਤ ਦੱਸਿਆ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਗੁਣ ਹੀ ਬੀਜਦਾ ਹੈ, ਗੁਣ ਹੀ ਉਹ ਵੱਢਦਾ ਹੈ, ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ। ਹੁਣ ਦੂਜੇ ਪਾਸੇ ਹੈ ਮਨਮੁਖ। ਮਨਮੁਖ ਦਾ ਮਤਲਬ ਆਪ ਖੁਦਰਾ ਮਨੁੱਖ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਦਾ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ। ਹੁਣ ਉਹਦੀ ਗੱਲ ਕਰਦੇ ਨੇ। ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਜੋ ਮਨ ਦੇ ਪਿੱਛੇ ਤੁਰਨ ਵਾਲਾ ਆਪ ਖੁਦਰਾ ਮਨੁੱਖ ਹੈ, ਉਹ ਮਾਨੋ ਦੁੱਖ ਦੀ ਪੈਲੀ ਹੈ, ਦੁੱਖ ਦੀ ਭੂਮੀ ਹੈ, ਦੁੱਖ ਦਾ ਖੇਤ ਹੈ। ਤੇ ਉਸ ਦੁੱਖ ਦੇ ਖੇਤ ਦੇ ਅੰਦਰ ਦੁੱਖ ਬੀਜੇ, ਦੁਖਦਾਈ ਬੀਜ ਬੀਜ ਰਿਹਾ ਹੈ। ਲੋਭ, ਮੋਹ, ਹੰਕਾਰ ਦੇ ਜਿਹੜੇ ਦੁੱਖ ਦੇਣ ਵਾਲੇ ਨੇ, ਤੇ ਦੁੱਖ ਦੇਣ ਵਾਲੇ ਬੀਜਾਂ ਤੋਂ ਫਿਰ ਦੁੱਖ ਪੈਦਾ ਹੁੰਦਾ ਹੈ ਤੇ ਦੁੱਖ ਹੀ ਉਹ ਖਾਂਦਾ ਹੈ, ਦੁੱਖ ਹੀ ਭੋਗਦਾ ਹੈ। ਮਨ ਦੇ ਪਿੱਛੇ ਜੋ ਤੁਰਦਾ ਹੈ, ਸਮਝ ਲਓ ਉਹ ਦੁੱਖਾਂ ਦੀ ਪੈਲੀ ਹੈ ਜਿਸ ਵਿੱਚ ਉਹ ਦੁੱਖ ਹੀ ਬੀਜਦਾ ਹੈ ਔਰ ਦੁੱਖ ਦਾ ਹੀ ਫਲ ਵੱਢਦਾ ਹੈ, ਖਾਂਦਾ ਹੈ, ਦੁੱਖ ਹੀ ਭੋਗਦਾ ਹੈ। ਹੁਣ ਇੱਥੇ ਇਹ ਨਹੀਂ ਕਿ ਰੱਬ ਉਸ ਨੂੰ ਦੁੱਖ ਦੇ ਰਿਹਾ ਹੈ। ਖੇਤ ਦੇ ਅੰਦਰ ਜੋ ਕੁਝ ਤੁਸੀਂ ਬੀਜੋਗੇ, ਖੇਤ ਨੇ ਉਹੀ ਕੁਝ ਪੈਦਾ ਕਰਨਾ ਹੈ। ਖੇਤ ਨੇ ਤੁਹਾਨੂੰ ਇਹ ਨਹੀਂ ਕਹਿਣਾ ਵੀ ਇਹ ਬੀਜ ਨਾ ਬੀਜ, ਇਹਦੇ ਵਿੱਚੋਂ ਤੈਨੂੰ ਦੁੱਖ ਮਿਲੇਗਾ, ਇਹ ਬੀਜ ਤੇਰੇ ਵਾਸਤੇ ਲਾਹੇਵੰਦ ਨਹੀਂ। ਖੇਤ ਨੇ ਜਿਹੜਾ ਬੀਜ ਉਹਦੇ ਵਿੱਚ ਬੀਜੋਗੇ ਉਹਨੇ ਪੈਦਾ ਕਰ ਦੇਣਾ। ਅੰਗੂਰ ਬੀਜੋਗੇ, ਅੰਗੂਰ ਪੈਦਾ ਕਰ ਦੇਗਾ। ਕਿੱਕਰ ਬੀਜੋਗੇ, ਕਿੱਕਰ ਪੈਦਾ ਕਰ ਦੇਗਾ। ਇਸੇ ਤਰ੍ਹਾਂ ਸਾਡੀ ਇਹ ਜ਼ਿੰਦਗੀ ਹੈ, ਇਹਦੇ ਅੰਦਰ ਜੇ ਚੰਗੇ ਕਰਮ ਕਰੋਗੇ ਉਹਦਾ ਫਲ ਸੁੱਖ ਮਿਲ ਜਾਏਗਾ। ਜੇ ਕੋਈ ਮਾੜੇ ਕਰਮ ਕਰੇਗਾ, ਮਾੜਾ ਸੋਚੇਗਾ, ਮਾੜਾ ਬੋਲੇਗਾ, ਤਾਂ ਉਹਦਾ ਫਲ ਦੁੱਖ ਦੇ ਰੂਪ ਵਿੱਚ ਵੱਢੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਆਪ ਖੁਦਰਾ ਮਨੁੱਖ ਹੈ ਉਹ ਇੱਕ ਦੁੱਖਾਂ ਦਾ ਖੇਤ ਹੈ, ਦੁੱਖ ਬੀਜ ਰਿਹਾ ਹੈ, ਦੁੱਖ ਉਗ ਰਹੇ ਨੇ ਔਰ ਦੁੱਖ ਹੀ ਉਹ ਭੋਗ ਰਿਹਾ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਦੁੱਖ ਵਿੱਚ ਜੰਮੈ
ਦੁਖ ਮਰੈ ਹਉਮੈ ਕਰਤ ਵਿਹਾਏ। ਦੁੱਖ ਦਾ ਮਤਲਬ ਦੁੱਖ ਵਿੱਚ, ਵਿਹਾਏ ਦਾ ਮਤਲਬ ਬੀਤਦੀ ਹੈ। ਤਾਂ ਗੁਰੂ ਜੀ ਪਾਵਨ ਬਾਣੀ ਵਿੱਚ ਬਚਨ ਕਰ ਰਹੇ ਨੇ ਕਿ ਬੰਦਾ ਦੁੱਖ ਵਿੱਚ ਹੀ ਜੰਮਦਾ ਹੈ, ਜਿਹੜਾ ਮਨਮੁਖ ਹੈ, ਦੁੱਖਾਂ ਦੇ ਵਿੱਚ ਹੀ ਮਰ ਜਾਂਦਾ ਹੈ। ਹਉਮੈ ਕਰਤ ਵਿਹਾਏ, ਤੇ ਜਿਹੜੀ ਸਾਰੀ ਜ਼ਿੰਦਗੀ ਹੈ ਹਉਮੈ ਕਰਦਿਆਂ ਹੀ ਬੀਤਦੀ ਹੈ। ਜਨਮ ਹੋਇਆ, ਸਾਰੀ ਜ਼ਿੰਦਗੀ ਹਉਮੈ ਕਰਕੇ ਦੁੱਖਾਂ ਦੇ ਵਿੱਚ ਬੀਤੀ, ਔਰ ਅਖੀਰ ਦੁੱਖਾਂ ਦੇ ਵਿੱਚ ਹੀ ਮਰ ਗਿਆ ਬੰਦਾ, ਆਪਣੀ ਜ਼ਿੰਦਗੀ ਤਬਾਹ ਕਰ ਗਿਆ। ਦੁੱਖਾਂ ਵਿੱਚ ਜੰਮਿਆ, ਹਉਮੈ ਕਰਦਿਆਂ ਦੁੱਖਾਂ ਵਿੱਚ ਜ਼ਿੰਦਗੀ ਬਿਤਾਈ, ਔਰ ਆਖਿਰ ਦੁੱਖਾਂ ਦੇ ਵਿੱਚ ਹੀ ਮਰ ਗਿਆ। ਯਾਨੀ ਜੋ ਆਪ ਹੁਦਰਾ ਮਨੁੱਖ ਹੈ, ਆਪਣੀ ਹਉਮੈ ਰਾਹੀਂ ਕੀਤੇ ਕਰਮਾਂ ਕਰਕੇ ਸਾਰੀ ਜ਼ਿੰਦਗੀ ਦੁਖੀ ਹੋ ਕੇ ਭੋਗਦਾ ਹੈ, ਦੁਖੀ ਹੋ ਕੇ ਗੁਜ਼ਾਰਦਾ ਹੈ, ਔਰ ਆਖਿਰ ਦੁੱਖ ਦੇ ਵਿੱਚ ਹੀ ਮਰ ਜਾਂਦਾ ਹੈ। ਆਵਣ ਜਾਣ ਨਾ ਸੁਝਈ, ਅੰਧਾ ਅੰਧ ਕਮਾਏ। ਇੱਥੇ ਆਵਣ ਜਾਣ ਦਾ ਮਤਲਬ ਹੈ ਕਿ ਆਉਣ ਤੋਂ ਲੈ ਕੇ ਜਾਣ ਤੱਕ ਸਾਰਾ ਜੀਵਨ, ਔਰ ਆਵਣ ਜਾਣ ਦਾ ਮਤਲਬ ਭਟਕਣਾ ਵੀ ਹੁੰਦਾ ਹੈ। ਸਾਰੀ ਜ਼ਿੰਦਗੀ ਉਹਨੂੰ ਨਾ ਸੁਝਈ ਦਾ ਮਤਲਬ ਸੂਝ ਨਹੀਂ ਆਉਂਦੀ, ਸਾਰੀ ਜ਼ਿੰਦਗੀ ਸੂਝ ਨਹੀਂ ਆਉਂਦੀ ਆਪਣੀ ਭਟਕਣਾ ਦੀ, ਸਾਰੀ ਜ਼ਿੰਦਗੀ ਭਟਕਣਾ ਵਿੱਚ ਪਿਆ ਰਹਿੰਦਾ ਹੈ। ਕਾਮਨ ਸੈਂਸ ਨਹੀਂ ਉਹਨੂੰ ਪ੍ਰਾਪਤ ਹੁੰਦੀ, ਵਿਵੇਕ ਬੁੱਧ ਨਹੀਂ ਮਿਲਦਾ, ਔਰ ਉਹਨੂੰ ਇਹ ਸਮਝ ਨਹੀਂ ਪੈਂਦੀ ਕਿ ਮੈਂ ਜੀਵਨ ਦੇ ਅਸਲ ਰਾਸਤੇ ਤੋਂ ਖੁੰਝਿਆ ਹੋਇਆ ਹਾਂ। ਬੇਸਮਝੀ, ਅੰਧਾ ਅੰਧ ਕਮਾਏ। ਅੰਧਾ ਦਾ ਮਤਲਬ ਬੇਸਮਝ, ਅੰਧ ਕਮਾਏ ਦਾ ਮਤਲਬ ਬੇਸਮਝੀ ਵਾਲੇ ਕਰਮ ਕਰਦਾ ਰਹਿੰਦਾ ਹੈ। ਮਨਮੁਖ ਦੀ ਸਾਰੀ ਜ਼ਿੰਦਗੀ ਭਟਕਣਾ ਨਹੀਂ ਮਿਟਦੀ, ਸਾਰੀ ਜ਼ਿੰਦਗੀ ਉਹਨੂੰ ਸੂਝ ਔਰ ਸਮਝ ਨਹੀਂ ਆਉਂਦੀ, ਕਿਉਂਕਿ ਗੁਰੂ ਦੱਸੇ ਰਾਹਾਂ ਤੇ ਨਹੀਂ ਨਾ ਗਿਆ, ਗੁਰੂ ਦੇ ਚਰਨਾਂ ਦੀ ਸ਼ਰਨ ਲਈ ਗਿਆਨ ਦੀ ਵਰਤੋਂ ਨਹੀਂ ਕੀਤੀ। ਇਸ ਲਈ ਐਸਾ ਅਗਿਆਨੀ ਬੇਸਮਝ ਬੰਦਾ ਸਾਰੀ ਜ਼ਿੰਦਗੀ ਬੇਸਮਝੀ ਵਾਲੇ ਕਰਮ ਹੀ ਕਰਦਾ ਰਹਿੰਦਾ। ਤੇ ਉਹਦੀ ਹੋਰ ਨਿਸ਼ਾਨੀ ਕੀ ਹੁੰਦੀ ਹੈ, ਹੋਰ ਭੁੱਲ ਕੀ ਕਰ ਰਿਹਾ ਹੁੰਦਾ ਹੈ? ਜੋ ਦੇਵੈ ਤਿਸੈ ਨਾ ਜਾਣਈ, ਦਿੱਤੇ ਕੋ ਲਪਟਾਏ। ਦਿੱਤੇ ਕੋ ਦਾ ਮਤਲਬ ਜਿਹੜੇ ਪਦਾਰਥ ਦਿੱਤੇ ਗਏ ਨੇ, ਦੇਵੇ ਦਾ ਮਤਲਬ ਦੇਣ ਵਾਲਾ। ਉਹਦੀ ਹਾਲਾਤ ਇਹ ਹੁੰਦੀ ਹੈ ਕਿ ਮਨਮੁਖ ਬੰਦਾ ਜਿਹੜਾ ਹੈ, ਉਸ ਮਾਲਕ ਨੂੰ ਨਹੀਂ ਪਛਾਣਦਾ ਜੋ ਦਾਤਾਂ ਦੇ ਰਿਹਾ ਹੈ, ਸਗੋਂ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰੀ ਰੱਖਦਾ ਹੈ, ਯਾਨੀ ਰੱਬੀ ਗੁਣਾਂ ਨੂੰ ਵਿਸਾਰ ਦਿੰਦਾ ਹੈ। ਜਿਸ ਸਿਸਟਮ ਦੇ ਅੰਦਰ ਇਹ ਪਦਾਰਥ ਮਿਲ ਰਹੇ ਨੇ, ਜੀਵਨ ਮਿਲਿਆ ਹੈ, ਉਸ ਹੁਕਮ ਨੂੰ ਵਿਸਾਰ ਦਿੱਤਾ ਹੈ, ਉਹਦੇ ਵਿੱਚ ਨਹੀਂ ਤੁਰਦਾ, ਔਰ ਦਿੱਤੀਆਂ ਚੀਜ਼ਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਗੋਲ ਬਣਾ ਲੈਂਦਾ। ਦੇਖੋ, ਦੋ ਚੀਜ਼ਾਂ ਨੇ, ਰੋਟੀ, ਕੱਪੜਾ, ਮਕਾਨ ਆਦਿਕ, ਇਹ ਸਾਡੀਆਂ ਮੁੱਢਲੀਆਂ ਲੋੜਾਂ ਨੇ, ਜ਼ਿੰਦਗੀ ਜੀਣ ਵਾਸਤੇ ਇਹ ਜ਼ਰੂਰੀ ਨੇ, ਲੇਕਿਨ ਜੀਵਨ ਇਹਨਾਂ ਵਾਸਤੇ ਨਹੀਂ ਹੈ। ਇਹ ਚੀਜ਼ਾਂ ਜੀਵਨ ਵਾਸਤੇ ਨੇ। ਦੋ ਗੱਲਾਂ ਹੁੰਦੀਆਂ ਨੇ। ਕੁਝ ਬੰਦੇ ਨੇ ਜੀਣ ਵਾਸਤੇ ਖਾਂਦੇ ਨੇ, ਜੀਣ ਵਾਸਤੇ ਖਾਣਾ ਜ਼ਰੂਰੀ ਹੈ। ਕੁਝ ਲੋਕ ਨੇ ਖਾਣ ਵਾਸਤੇ ਜਿਉਂਦੇ ਨੇ। ਜੀਣ ਵਾਸਤੇ ਖਾਣਾ ਹੈ, ਖਾਣ ਵਾਸਤੇ ਨਹੀਂ ਜਿਉਣਾ। ਪਦਾਰਥ ਜੀਵਨ ਵਾਸਤੇ ਨੇ, ਜੀਵਨ ਪਦਾਰਥਾਂ ਵਾਸਤੇ ਨਹੀਂ ਹੈ। ਜੀਵਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਸ਼ੁਭ ਗੁਣ ਖੱਟਣੇ ਨੇ। ਜੀਵਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕਰਤਾਰ ਨੇ ਇਹ ਦਾਤਾਂ ਦਿੱਤੀਆਂ ਨੇ, ਉਹਦੇ ਗੁਣਾਂ ਨੂੰ ਭੁਲਾ ਲੈਂਦਾ ਹੈ ਤੇ ਕੇਵਲ ਦੁਨਿਆਵੀ ਪਦਾਰਥਾਂ ਆਦਿਕ ਦੇ ਨਾਲ ਹੀ ਲਪਟਿਆ ਰਹਿੰਦਾ ਹੈ। ਔਰ ਯਾਦ ਰੱਖਣਾ, ਇਹ ਚੀਜ਼ ਨੂੰ ਆਪਣੇ ਘਰਾਂ ਵਿੱਚ ਵਰਤ ਕੇ ਵੇਖੋ। ਇੱਕ ਮਾਤਾ ਹੈ, ਉਹਦਾ ਆਪਣੇ ਪੋਤਰੀਆਂ ਪੋਤਰਿਆਂ ਦੇ ਨਾਲ ਬਹੁਤ ਪਿਆਰ ਹੈ। ਪੋਤਰੀਆਂ ਪੋਤਰਿਆਂ ਨੂੰ ਪਿਆਰ ਕਰਦੀ ਹੈ, ਮੂੰਹ ਮੱਥਾ ਚੁੰਮਦੀ ਹੈ, ਤਿਆਰ ਕਰਦੀ ਹੈ, ਉਹਨਾਂ ਨੂੰ ਪੈਸੇ ਟਕੇ ਦਿੰਦੀ ਹੈ, ਰੋਟੀ ਪਾਣੀ ਖਵਾਉਂਦੀ ਹੈ, ਨਵਾਉਂਦੀ ਹੈ, ਸਵਾਉਂਦੀ ਹੈ, ਖਿਡਾਉਂਦੀ ਹੈ, ਪਿਆਰ ਕਰਦੀ ਹੈ। ਇਹ ਉਹਦਾ ਹੱਕ ਵੀ ਹੈ, ਫਰਜ਼ ਵੀ ਹੈ। ਇੱਥੋਂ ਤੱਕ ਤਾਂ ਠੀਕ ਹੈ। ਪਰ ਜਿਸ ਨੂੰਹ ਨੇ ਪੋਤਰਿਆਂ ਪੋਤਰੀਆਂ ਨੂੰ ਜਨਮ ਦਿੱਤਾ ਹੈ, ਉਹਨੂੰ ਕਾਣੀ ਅੱਖੇ ਵੇਖ ਕੇ ਰਾਜੀ ਨਹੀਂ, ਉਹਦੇ ਨਾਲ ਬਣਦੀ ਨਹੀਂ। ਇਸੇ ਤਰ੍ਹਾਂ ਇੱਕ ਔਰਤ ਹੈ, ਪਤੀ ਨਾਲ ਬੜਾ ਪਿਆਰ ਹੈ, ਪਤੀ ਦੇ ਨਾਲ ਪਿਆਰ ਕਰਦੀ ਹੈ, ਪਤੀ ਨਾਲ ਘੁੰਮਣ ਫਿਰਨ ਜਾਂਦੀ ਹੈ, ਉਹ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਇੱਥੋਂ ਤੱਕ ਠੀਕ ਹੈ। ਪਰ ਜਿਸ ਮਾਂ ਨੇ ਪਤੀ ਨੂੰ ਜਨਮ ਦਿੱਤਾ ਹੈ ਨਾ, ਜਿਹੜੀ ਸੱਸ ਨੇ,
ਉਹਨੂੰ ਕਾਣੀ ਅੱਖੇ ਵੇਖ ਕੇ ਰਾਜੀ ਨਹੀਂ। ਇੱਥੇ ਪ੍ਰੋਬਲਮ ਹੈ। ਇਸੇ ਨੂੰ ਕਹਿੰਦੇ ਨੇ ਕਿ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਸੁਰਤ ਮਤ ਚਤੁਰਾਈ ਤਾਂ ਕਿ ਕਿਆ ਕਰ ਆਖ ਵਖਾਣੀਏ। ਜਿਸਨੇ ਗਿਫਟ ਦਿੱਤੀ ਹੈ ਦਾਤ, ਉਹਦੇ ਨਾਲ ਪਿਆਰ ਨਹੀਂ, ਲੇਕਿਨ ਦਿੱਤੀ ਹੋਈ ਚੀਜ਼ ਦੇ ਨਾਲ ਲਪਟ ਗਿਆ ਹੈ। ਮਨ ਦੇ ਪਿੱਛੇ ਤੁਰਨ ਵਾਲੇ ਆਪ ਖੁਦਰੇ ਮਨੁੱਖ ਦੀ ਇਹ ਨਿਸ਼ਾਨੀ ਹੈ। ਹੁਣ ਗੁਰੂ ਜੀ ਕਹਿੰਦੇ ਨੇ ਉਹਦੀ ਚਤੁਰਾਈ ਸਿਆਣਪ ਨੂੰ ਕੀ ਆਖੀਏ, ਕੀ ਕਹੀਏ ਉਹਨੂੰ। ਤਾਂ ਗੁਰੂ ਜੀ ਕਹਿੰਦੇ ਨੇ ਸਾਨੂੰ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ, ਲੇਕਿਨ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਹੈ ਦੇਣ ਵਾਲੇ ਨੂੰ ਭੁੱਲ ਜਾਂਦਾ ਹੈ ਤੇ ਦਾਤਾਂ ਦੇ ਨਾਲ ਜੁੜਿਆ ਰਹਿ ਕੇ ਦੁਖੀ ਹੁੰਦਾ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਪੂਰਬ ਲਿਖਿਆ ਮਤਲਬ ਪਹਿਲੇ ਕੀਤੇ ਕੰਮਾਂ ਅਨੁਸਾਰ, ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਪਿੱਛੇ ਕਰ ਬੈਠੇ ਹਾਂ, ਪਿਛਲੇ ਕੀਤੇ ਕੰਮਾਂ ਅਨੁਸਾਰ ਜੋ ਸੰਸਕਾਰ ਸਾਡੇ ਬਣੇ ਨੇ, ਜੋ ਸਾਡਾ ਸੁਭਾਅ ਬਣਿਆ ਹੈ, ਚੰਗਾ ਜਾਂ ਮਾੜਾ ਇੱਕ ਵੱਖਰਾ ਟੌਪਿਕ ਹੈ। ਪਰ ਜਿਵੇਂ ਜਿਵੇਂ ਬੰਦਾ ਸੋਚਦਾ ਹੈ, ਬੋਲਦਾ ਹੈ, ਕਰਮ ਕਰਦਾ ਹੈ, ਸੁਭਾਅ ਬਣ ਜਾਂਦਾ ਨਾ। ਪੂਰਬ ਲਿਖਿਆ ਕਹਿੰਦੇ ਨੇ ਇਸ ਬਣੇ ਹੋਏ ਸੁਭਾਅ ਨੂੰ। ਤਾਂ ਬਣੇ ਹੋਏ ਸੁਭਾਅ ਮੁਤਾਬਕ ਬੰਦਾ ਫਿਰ ਕਮਾਈ ਕਰਦਾ ਹੈ, ਚੰਗੀ ਜਾਂ ਮਾੜੀ। ਜੇ ਵਿਕਾਰਾਂ ਵਾਲਾ ਸੁਭਾਅ ਹੈ, ਵਿਕਾਰ ਕਮਾਈ ਜਾਏਗਾ। ਜੇ ਗੁਣਾਂ ਵਾਲਾ ਸੁਭਾਅ ਬਣਿਆ, ਗੁਣ ਕਮਾਈ ਜਾਏਗਾ। ਜੇ ਨਿਮਰਤਾ ਵਾਲਾ ਸੁਭਾਅ ਹੈ, ਮਿਠਾਸ ਵਾਲਾ, ਤਾਂ ਕਈ ਲੋਕ ਬੜੇ ਨਿਮਾਣੇ ਔਰ ਬੜੇ ਮਿੱਠੇ ਹੁੰਦੇ ਨੇ, ਬੜੇ ਪਿਆਰੇ ਹੁੰਦੇ ਨੇ। ਹਰ ਵਕਤ ਉਹਨਾਂ ਦੇ ਬੋਲ ਬਾਣੀ 'ਚ ਬੜੀ ਮਿਠਾਸ ਹੁੰਦੀ ਹੈ। ਤੇ ਕਈਆਂ ਲੋਕਾਂ ਦੀ ਬੋਲੀ ਬੜੀ ਕਰਖਤ ਔਰ ਔਖੀ ਹੁੰਦੀ ਹੈ। ਉਹ ਹਮੇਸ਼ਾ ਉਵੇਂ ਬੋਲਦੇ ਨੇ ਕਿਉਂਕਿ ਸੁਭਾਅ ਬਣ ਚੁੱਕਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪੂਰਬਲੇ ਬਣੇ ਸੁਭਾਅ ਮੁਤਾਬਕ ਬੰਦਾ ਕਰਮ ਕਰੀ ਜਾਂਦਾ ਹੈ, ਅਵਰ ਨਾ ਕਰਨਾ ਜਾਏ। ਸੁਭਾਅ ਤੋਂ ਬਾਹਰ ਕੁਝ ਨਹੀਂ ਕੀਤਾ ਜਾ ਸਕਦਾ। ਜੈਸਾ ਸੁਭਾਅ ਬਣ ਗਿਆ ਹੈ ਸਿਸਟਮ ਵਿੱਚ, ਵੈਸਾ ਕਰੇਗਾ। ਤਾਂ ਹੁਣ ਜੇ ਉਹ ਚੰਗਾ ਕਰਨਾ ਚਾਹੁੰਦਾ ਹੈ ਤਾਂ ਫਿਰ ਉਹਨੂੰ ਸੁਭਾਅ ਬਦਲਣਾ ਪਵੇਗਾ। ਮਹਿਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁਖ, ਜਿਸਨੂੰ ਆਪੇ ਮੇਲੇ ਸੋਏ। ਸੋਏ ਦਾ ਮਤਲਬ ਉਹ ਪ੍ਰਭੂ, ਜਿਹਨੂੰ ਪ੍ਰਭੂ ਆਪ ਗੁਰੂ ਦੇ ਨਾਲ ਮਿਲਾਉਂਦਾ ਹੈ, ਗੁਰੂ ਦੇ ਮਿਲਨ ਕਰਕੇ ਸੁਖ ਪੈਦਾ ਹੋ ਜਾਂਦਾ ਹੈ। ਗੁਰੂ ਦੇ ਮਿਲਾਪ ਕਰਕੇ ਸੁਖ ਪੈਦਾ ਹੁੰਦਾ ਹੈ। ਤੇ ਗੁਰੂ ਮਿਲਦਾ ਹੈ ਪ੍ਰਭੂ ਦੀ ਰਜ਼ਾ ਦੇ ਅੰਦਰ, ਜਿਸ ਨੂੰ ਪ੍ਰਭੂ ਮਿਲਾਏ। ਪ੍ਰਭੂ ਮਿਲਾਏ ਦਾ ਮਤਲਬ ਰੱਬੀ ਰਜ਼ਾ ਦੇ ਅੰਦਰ, ਭਾਣੇ ਦੇ ਅੰਦਰ, ਸਿਸਟਮ ਦੇ ਅੰਦਰ। ਜੋ ਗੁਰੂ ਦੇ ਮਿਲਾਪ ਦੀ ਰਿਕੁਆਇਰਮੈਂਟ ਨੂੰ ਪੂਰੀ ਕਰੇਗਾ, ਉਹਨੂੰ ਗੁਰੂ ਮਿਲ ਪਏਗਾ। ਉਦਮ ਕਰੇਗਾ, ਗੁਰੂ ਦੇ ਚਰਨਾਂ ਵਿੱਚ ਜਾਏਗਾ, ਗੁਰੂ ਦੀ ਪਾਵਨ ਬਾਣੀ ਪੜ੍ਹੇ ਵਿਚਾਰੇਗਾ, ਚਲਨ ਦਾ ਉਦਮ ਕਰੇਗਾ। ਤੇ ਜਿਸ ਨੂੰ ਗੁਰੂ ਮਿਲ ਪਿਆ, ਭਾਵ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਉਹਦੇ ਜੀਵਨ ਦੇ ਅੰਦਰ ਸੁਖ ਪੈਦਾ ਹੋ ਜਾਏਗਾ। ਸਤਿਗੁਰ ਮਿਲਿਆ ਸਦਾ ਸੁਖ, ਗੁਰੂ ਦੇ ਮਿਲਾਪ ਦੇ ਵਿੱਚੋਂ ਹਮੇਸ਼ਾ ਸੁਖ ਪੈਦਾ ਹੁੰਦਾ ਹੈ, ਸदैवी ਸੁਖ ਮਿਲਦਾ ਹੈ, ਜਿਹਨੂੰ ਪ੍ਰਭੂ ਗੁਰੂ ਦੇ ਨਾਲ ਮਿਲਾ ਦੇਵੇ। ਸੁਖ ਹੈ ਇਹ ਵਿਵੇਕ ਹੈ, ਅੰਤਰ ਨਿਰਮਲ ਹੋਏ। ਇੱਥੇ ਵਿਵੇਕ ਦਾ ਮਤਲਬ ਹੈ ਪਰਖ। ਸੁਖ ਹੈ ਦਾ ਮਤਲਬ ਸੁਖ ਦਾ, ਵਿਵੇਕ ਦਾ ਮਤਲਬ ਨਿਸ਼ਾਨੀ, ਵਿਚਾਰ, ਪਰਖ। ਅੰਤਰ ਦਾ ਮਤਲਬ ਅੰਦਰਲਾ, ਹਿਰਦਾ, ਮੈਂਟੈਲਿਟੀ, ਮਾਨਸਿਕਤਾ, ਸੋਚ। ਤਾਂ ਗੁਰੂ ਜੀ ਕਹਿੰਦੇ ਨੇ ਸੁਖ ਦੀ ਇਹ ਪਹਿਚਾਣ ਹੈ, ਸੁਖ ਦੀ ਇਹ ਪਹਿਚਾਣ ਹੈ ਕਿ ਮਨੁੱਖ ਦੀ ਸੋਚ ਨਿਰਮਲ ਹੋ ਜਾਂਦੀ ਹੈ, ਉਹਦਾ ਹਿਰਦਾ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਸੁਖ ਦੀ ਇਹ ਪਹਿਚਾਣ ਹੈ, ਸ਼ਾਂਤੀ ਦੀ ਇਹ ਪਹਿਚਾਣ ਹੈ ਕਿ ਜਿਹੜਾ ਸੁਖੀ, ਸ਼ਾਂਤ ਔਰ ਆਨੰਦਮਈ ਜ਼ਿੰਦਗੀ ਜੀਣ ਵਾਲਾ ਹੋਏਗਾ, ਉਹਦਾ ਹਿਰਦਾ ਨਿਰਮਲ ਹੋਏਗਾ, ਉਹਦੀ ਸੋਚ ਪਵਿੱਤਰ ਹੋਏਗੀ, ਉਹਦੇ ਵਿੱਚ ਈਰਖਾ, ਦਵੇਸ਼, ਵੈਰ ਵਿਰੋਧ ਨਹੀਂ ਹੋਏਗਾ। ਇਹ ਸੁਖ ਦੀ ਨਿਸ਼ਾਨੀ ਹੈ। ਤੇ ਜਿਹਦੇ ਅੰਦਰ ਮੈਲ ਵਿਕਾਰ ਨੇ, ਇਹ ਦੁੱਖ ਦੀ ਨਿਸ਼ਾਨੀ ਹੈ। ਉਸ ਦੀ ਜ਼ਿੰਦਗੀ ਦੇ ਅੰਦਰ ਦੁੱਖ ਹੋਏਗਾ। ਦੇਖੋ, ਸਾਨੂੰ ਆਪਣੇ ਜੀਵਨ ਨੂੰ ਪਰਖਣ ਦਾ ਕਿੰਨਾ ਸੁੰਦਰ ਫਾਰਮੂਲਾ ਇੱਥੋਂ ਮਿਲ ਰਿਹਾ ਹੈ ਕਿ ਅਸੀਂ ਸੁਖੀ ਹੋਵਾਂਗੇ ਜਾਂ ਦੁਖੀ ਹੋਵਾਂਗੇ। ਇਹ ਸਾਨੂੰ ਆਪਣੇ ਅੰਦਰ ਤੋਂ ਪਰਖਣਾ ਪਵੇਗਾ ਕਿ ਸਾਡਾ ਅੰਦਰ ਨਿਰਮਲ ਹੈ ਜਾਂ ਮੈਲਾ ਹੈ। ਜੇ ਅੰਦਰ ਨਿਰਮਲ ਹੈ, ਮੈਲ ਨਹੀਂ, ਅੰਦਰੋਂ ਬਾਹਰੋਂ ਇੱਕ ਹਾਂ, ਤਾਂ ਅਸੀਂ ਸੁਖੀ ਔਰ ਸ਼ਾਂਤ ਹਾਂ। ਤੇ ਜੇ ਕਿਤੇ ਅੰਤਰ ਆਤਮੇ, ਸੋਚ ਦੇ ਅੰਦਰ ਕੋਈ ਵਿਕਾਰ, ਕੋਈ ਈਰਖਾ, ਕੋਈ ਦਵੇਸ਼, ਹਉਮੈ ਹੈ, ਤੇ ਫਿਰ ਅਸੀਂ ਦੁਖੀ ਹੋਵਾਂਗੇ। ਸੁਖ ਦੀ ਇਹ ਪਹਿਚਾਣ ਹੈ ਕਿ ਅੰਦਰਲਾ ਨਿਰਮਲ ਹੋ ਜਾਂਦਾ ਹੈ।
अज्ञान का भ्रम कटिए ज्ञान प्राप्त हुए। भ्रम ਦਾ ਮਤਲਬ ਵਹਿਮ ਭੁਲੇਖਾ, ਗਿਆਨ ਦਾ ਨਾਲ ਮਤਲਬ ਪ੍ਰਭੂ ਦੇ ਨਾਲ ਸਾਂਝ। ਜਦੋਂ ਗੁਰੂ ਗਿਆਨ ਦਾ ਦੀਵਾ ਮਿਲਦਾ ਹੈ ਤਾਂ ਆਤਮਿਕ ਜੀਵਨ ਵੱਲੋਂ ਬੇਸਮਝੀ ਦੀ ਭੁੱਲ ਖਤਮ ਹੋ ਜਾਂਦੀ ਹੈ ਔਰ ਆਤਮਿਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ। ਜਦੋਂ ਨਿਰਮਲ ਹਿਰਦਾ ਹੋ ਗਿਆ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀ ਤਾਂ ਅੰਦਰਲੀ ਭਟਕਣਾ ਮਿਟ ਗਈ। ਜੋ ਆਤਮਿਕ ਜੀਵਨ ਵੱਲੋਂ ਬੇਸਮਝੀ ਸੀ, ਉਹ ਬੇਸਮਝੀ ਅਗਿਆਨਤਾ ਦੂਰ ਹੋ ਜਾਂਦੀ ਹੈ ਔਰ ਗਿਆਨ ਪ੍ਰਾਪਤ ਹੋਏ ਦਾ ਮਤਲਬ ਆਤਮਿਕ ਜੀਵਨ ਦੀ ਸੂਝ ਹਾਸਲ ਹੋ ਜਾਂਦੀ ਹੈ, ਆਤਮਿਕ ਜੀਵਨ ਬਾਰੇ ਜਾਣਕਾਰੀ ਹੋ ਜਾਂਦੀ ਹੈ। ਤੇ ਜਿਸ ਨੂੰ ਆਤਮਿਕ ਜੀਵਨ ਮਿਲ ਜਾਏ ਉਹਦਾ ਫਿਰ ਨਜ਼ਰੀਆ ਦੱਸ ਰਹੇ ਨੇ ਕੈਸਾ ਹੈ। ਨਾਨਕ ਏਕੋ ਨਦਰੀ ਆਇਆ ਜਹ ਦੇਖਾਂ ਤਹ ਸੋਏ। ਏਕੋ ਦਾ ਮਤਲਬ ਇੱਕ ਪ੍ਰਭੂ, ਉਹਨੂੰ ਹਰ ਥਾਂ ਇੱਕ ਪ੍ਰਭੂ ਹੀ ਦਿਸਦਾ ਹੈ। ਜਿੱਧਰ ਵੇਖਦਾ ਹਾਂ ਉਧਰ ਤੂੰ ਹੀ ਦਿਸ ਰਿਹਾ ਹੈ। ਤਾਂ ਇਹ ਰੱਬ ਦੇ ਪਿਆਰੇ ਦੀ ਫਿਰ ਨਿਸ਼ਾਨੀ ਹੁੰਦੀ ਹੈ, ਨਿਰਮਲ ਮਨ ਵਾਲੇ ਦੀ, ਜਿਸ ਦੇ ਅੰਦਰੋਂ ਭਟਕਣਾ ਭਰਮ ਮੁੱਕ ਜਾਂਦੇ ਨੇ। ਜਦੋਂ ਵਹਿਮ ਭਰਮ ਮੁੱਕ ਜਾਂਦਾ ਹੈ ਫਿਰ ਉਹਨੂੰ ਆ ਸਾਰਾ ਜਗਤ ਰੱਬ ਦਾ ਹੀ ਰੂਪ ਦਿਸਦਾ ਹੈ। ਪਹਿਲਾਂ ਭੁਲੇਖਾ ਸੀ ਕਿ ਰੱਬ ਕਿਤੇ ਸੱਚਖੰਡ ਵਿੱਚ ਵੱਖਰਾ ਬੈਠਾ ਹੋਣਾ, ਪਹਿਲਾਂ ਭੁਲੇਖਾ ਸੀ ਕਿ ਉਹ ਜੰਨਤ ਵਿੱਚ ਸਵਰਗ ਵਿੱਚ ਬੈਠਾ ਹੋਏਗਾ। ਲੇਕਿਨ ਜਦੋਂ ਗੁਰੂ ਗਿਆਨ ਦਾ ਦੀਵਾ ਅੰਦਰ ਜਗਿਆ, ਅੰਦਰ ਨਿਰਮਲ ਹੋਇਆ, ਸੋਚ ਨਿਰਮਲ ਹੋਈ, ਤਾਂ ਫਿਰ ਜਿੱਧਰ ਵੇਖਦਾ ਹੈ ਇੱਕੋ ਹੀ ਨਜ਼ਰੀ ਪੈਂਦਾ ਕਿ ਸਾਰਾ ਕੁਝ ਇੱਕ ਹੀ ਹੈ, ਇੱਕ ਹੀ ਪਸਰਿਆ ਹੋਇਆ ਹੈ। ਫਿਰ ਉਹਨੂੰ ਇੱਕ ਓੰਕਾਰ ਦੀ ਸਮਝ ਆ ਜਾਂਦੀ। ਪੌੜੀ ਸੱਚੇ ਤਖਤ ਰਚਾਇਆ ਬੈਸਣ ਕੋ ਜਾਈ। ਜਾਈ ਦਾ ਮਤਲਬ ਥਾਂ, ਜਗ੍ਹਾ। ਸੱਚੇ ਦਾ ਮਤਲਬ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਤਖਤ ਦਾ ਮਤਲਬ ਰਹਿਣ ਦੀ ਜਗ੍ਹਾ, ਬੈਠਣ ਵਾਸਤੇ, ਆਸਣ ਵਾਸਤੇ, ਕਿ ਬਹਿਣਾ ਕਿੱਥੇ ਹੈ, ਰਹਿਣਾ ਕਿੱਥੇ ਹੈ। ਤਾਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ ਇਹ ਜਗਤ ਰੂਪ ਤਖਤ ਆਪਣੇ ਬੈਠਣ ਲਈ ਥਾਂ ਬਣਾਇਆ। ਇਹ ਦਿਸਦਾ ਜਿਹੜਾ ਜਗਤ ਹੈ ਨਾ, ਪੂਰਾ ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡੀਆਂ ਆਕਾਸ਼ ਗੰਗਾਵਾਂ ਤੱਕ, ਅਨੰਤ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਫੈਲੇ ਹੋਏ ਬ੍ਰਹਿਮੰਡ ਨੂੰ ਆਪਣੇ ਰਹਿਣ ਦਾ ਤਖਤ ਬਣਾਇਆ। ਇਹ ਉਹਦਾ ਤਖਤ ਤੇ ਬਹਿਣ ਦੀ ਥਾਂ ਹੈ, ਯਾਨੀ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ। ਸਭ ਕੁਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ। ਹੁਣ ਦੇਖੋ ਕਿੰਨੇ ਸੌਖੇ ਅਰਥ ਨੇ ਨਾ। ਸਭ ਕੁਛ ਆਪੇ ਆਪ ਹੈ ਕਿ ਹਰੇਕ ਚੀਜ਼ ਉਸ ਪ੍ਰਭੂ ਦਾ ਆਪਣਾ ਹੀ ਸਰੂਪ ਹੈ। ਸਭ ਕੁਝ ਜੋ ਦਿਸ ਰਿਹਾ ਹੈ ਇਹ ਆਪ ਰੱਬ ਹੀ ਹੈ, ਉਹਦਾ ਹੀ ਸਰੂਪ ਹੈ। ਹੁਣ ਇੰਨੇ ਸਾਫ਼ ਸੁਥਰੇ ਪ੍ਰਮਾਣ ਹੁੰਦਿਆਂ, ਇੰਨੇ ਸੌਖੇ ਅਰਥਾਂ ਵਾਲੀ ਬਾਣੀ ਹੁੰਦਿਆਂ ਵੀ ਜੇ ਕੋਈ ਇਸ ਜਗਤ ਤੋਂ ਰੱਬ ਨੂੰ ਵੱਖਰਾ ਮੰਨੇ ਤਾਂ ਫਿਰ ਇਹ ਤਾਂ ਉਹਦਾ ਆਪਣਾ ਹੀ ਭੁਲੇਖਾ ਹੋ ਸਕਦਾ ਹੈ ਨਾ, ਜਾਂ ਆਪਣੀ ਵਿਚਾਰ ਹੋ ਸਕਦੀ ਹੈ। ਗੁਰੂ ਦੀ ਇਹ ਵਿਚਾਰ ਨਹੀਂ। ਗੁਰੂ ਜੀ ਤਾਂ ਕਹਿ ਰਹੇ ਨੇ ਸਭ ਕੁਝ ਆਪੇ ਆਪ ਹੈ। ਇਸ ਜਗਤ ਵਿੱਚ ਹਰੇਕ ਚੀਜ਼ ਪ੍ਰਭੂ ਦਾ ਆਪਣਾ ਸਰੂਪ ਹੈ। ਗੁਰ ਸ਼ਬਦ ਸੁਣਾਈ, ਗੁਰੂ ਦੇ ਸ਼ਬਦ ਨੇ। ਸੁਣਾਈ ਦਾ ਮਤਲਬ ਸੁਣਾਈ ਹੈ, ਦੱਸੀ ਹੈ। ਸ਼ਬਦ ਦਾ ਮਤਲਬ ਗਿਆਨ, ਗੁਰੂ ਦੀ ਵਿਚਾਰਧਾਰਾ। ਗੁਰੂ ਦੀ ਵਿਚਾਰਧਾਰਾ ਨੇ ਇਹ ਗੱਲ ਦੱਸੀ ਹੈ, ਗੁਰੂ ਦੇ ਗਿਆਨ ਨੇ ਇਹ ਗੱਲ ਦੱਸੀ ਹੈ, ਯਾਨੀ ਗੁਰੂ ਦੇ ਗਿਆਨ ਰਾਹੀਂ ਇਹ ਗੱਲ ਦੀ ਸਮਝ ਪੈਂਦੀ ਹੈ। ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ। ਸਰਾਈ ਦਾ ਮਤਲਬ ਸਰਾਵਾਂ। ਜਿਵੇਂ ਬੰਦਾ ਆਪਣੇ ਰਹਿਣ ਲਈ ਮਕਾਨ ਬਣਾਉਂਦਾ ਹੈ, ਮਹਿਲ ਬਣਾਉਂਦਾ ਹੈ, ਸਰਾਵਾਂ ਬਣਾਉਂਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਆ ਸਾਰੀ ਜਿਹੜੀ ਕੁਦਰਤ ਹੈ ਇਹ ਉਹਦੀ ਮਹਿਲ ਔਰ ਸਰਾਵਾਂ ਹੀ ਨੇ, ਉਹਦੇ ਰਹਿਣ ਦੀ ਥਾਂ ਹੈ। ਇਹ ਜਗ ਸੱਚੀ ਕੀ ਹੈ ਕੋਠੜੀ, ਉੱਥੇ ਇਹ ਬਚਨ ਕਿਹਾ ਹੈ ਇਹ ਜਗ ਸੱਚੀ ਕੀ ਹੈ ਕੋਠੜੀ, ਇੱਥੇ ਕਰ ਮਹਿਲ ਸਰਾਈ ਕਹਿ ਰਿਹਾ। ਤਾਂ ਸਾਰੀ ਕਾਇਨਾਤ ਉਸਨੇ ਆਪਣੇ ਆਪ ਤੋਂ ਪੈਦਾ ਕੀਤੀ ਹੈ ਔਰ ਕੁਦਰਤ ਦੇ ਸਾਰੇ ਜਿੰਨੇ ਵੀ ਇੱਥੇ ਕੁਛ ਵੀ ਸ਼ੈ ਹੈ ਇਹ ਮਾਨੋ ਰੱਬ ਦੀਆਂ ਆਪਣੀਆਂ ਹੀ ਮਹਿਲ ਮਾੜੀਆਂ ਨੇ। ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ। ਇਸ ਸੰਸਾਰ ਦੇ ਵਿੱਚ ਜੋ ਸਾਡੀ ਇਹ ਧਰਤੀ ਹੈ, ਜਿੱਥੇ ਮਨੁੱਖ ਮਾਤਰ ਅਸੀਂ ਵਿਚਰ ਰਹੇ ਹਾਂ, ਜਿੰਨੇ ਦੀ ਸਾਨੂੰ ਸੂਝ ਸਮਝ ਹੈ, ਗੁਰੂ ਜੀ ਕਹਿੰਦੇ ਨੇ ਇੱਥੇ ਚੰਦਰਮਾ ਔਰ ਸੂਰਜ ਇਹ ਦੋਵੇਂ ਮਾਨੋ ਜਗਾਏ ਹੋਏ ਦੀਵੇ ਨੇ।
पूरी बनत बनाई का मतलब है जो कुदरत है ये मुकम्मल एक बनतर है, ਇਹਦੇ ਵਿੱਚ कोई ऊणताई नहीं है, पूर्ण है, ਇਹਦੇ ਵਿੱਚ कोई कमी नहीं है। आपे वेखै सुने आप गुर शब्द ਧਿਆਈ, ਉਹ ਆਪ ਵੇਖ ਰਿਹਾ ਹੈ, ਆਪ ਸੁਣ ਰਿਹਾ ਹੈ, ਗੁਰੂ ਦੇ ਸ਼ਬਦ ਰਾਹੀਂ ਉਹਦੀ ਸਿਫਤ ਸਲਾਹ ਗਾਈ ਜਾ ਸਕਦੀ ਹੈ, ਧਿਆਨ ਵਿੱਚ ਵਸਾਇਆ ਜਾ ਸਕਦਾ ਹੈ, ਮਨ ਵਿੱਚ ਵਸਾਇਆ ਜਾ ਸਕਦਾ ਹੈ, ਆਪਣੀ ਜ਼ਿੰਦਗੀ ਦਾ ਗੋਲ ਬਣਾਇਆ ਜਾ ਸਕਦਾ ਹੈ ਗੁਰੂ ਸ਼ਬਦ ਰਾਹੀਂ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਉਸ ਪ੍ਰਭੂ ਨੂੰ ਹਮੇਸ਼ਾ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹ ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ, ਕਿਉਂਕਿ ਸਾਰਿਆਂ ਦੇ ਅੰਦਰ ਹੈ ਨਾ ਸਭੈ ਘਟ ਰਾਮ ਬੋਲਦਾ। ਵਾਹ ਵਾਹ ਸੱਚੇ ਪਾਤਸ਼ਾਹ, ਨੂੰ ਵਾਹੋ ਵਾਹੋ ਨਹੀਂ ਪੜਨਾ ਔਰ ਵਾਹ ਵਾਹ ਵੀ ਨਹੀਂ ਪੜਨਾ। ਜਦੋਂ ਅਸੀਂ ਵਾਹ ਬੋਲਦੇ ਨਾ, ਧਿਆਨ ਨਾਲ ਸੁਣਿਓ ਵਾਹ, ਤਾਂ ਹਾਹੇ ਨਾਲ ਕੰਨਾ ਲੱਗ ਰਿਹਾ ਹੈ, ਹਾਹੇ ਨਾਲ ਕੰਨਾ ਨਹੀਂ ਲਾਣਾ। ਵੱਵੇ ਦੇ ਨਾਲ ਜੋ ਕੰਨਾ ਹੈ, ਇਸ ਵੱਵੇ ਨੂੰ ਥੋੜਾ ਜਿਹਾ ਲਮਕਾ ਲਓ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਨਾਈ ਦਾ ਮਤਲਬ ਵਡਿਆਈ, ਤੂੰ ਦਾ ਮਤਲਬ ਤੇਰੀ, ਵਾਹ ਦਾ ਮਤਲਬ ਅਸ਼ਚਰਜ। कि हे सदा थिर रहन वाले प्रभु, तू आश्चर्य है, आश्चर्य है, ते तेरी वड्याई सच्ची है, तेरी वड्याई सदा कायम रहने वाली है, तेरी शोभा भी सच्ची है। श्लोक कबीर मेहंदी करके घालिया, आप पिसाए पिसाए। आप दा मतलब अपने आप नू। कबीर जी कहंदे ने मैं अपने आप नू मेहंदी बना के, ਘਾਲਿਆ ਦਾ ਮਤਲਬ ਘਾਲ ਕਮਾਈ ਕੀਤੀ, ਆਪਣੇ ਆਪ ਨੂੰ ਪੀ ਪੀ ਕੇ ਘਾਲ ਕਮਾਈ ਕੀਤੀ। ਹੁਣ ਇੱਥੇ ਨਾ ਥੋੜਾ ਜਿਹਾ ਅੰਤਰੀਵ ਭਾਵ ਨੇ, ਇਹ ਚੀਜ਼ ਨੂੰ ਸਮਝ ਲੈਣਾ। ਕਬੀਰ ਜੀ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਨੇ ਜਿਹੜੇ ਬਹੁਤ ਕਠਨ ਸਾਧਨਾਵਾਂ ਕਰਦੇ ਨੇ। ਕੋਈ ਤਪੱਸਿਆ ਕਰ ਰਿਹਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕਰਮ ਕਾਂਡ ਲੋਕ ਕਰ ਰਹੇ ਨੇ, ਤੀਰਥ ਯਾਤਰਾਵਾਂ ਕਰ ਰਹੇ ਨੇ, ਸਮਾਧੀਆਂ ਲਾ ਰਹੇ ਨੇ, ਜਾਂ ਹੋਰ ਐਸੇ ਪੂਜਾ ਅਰਚਨਾ ਕਰ ਰਹੇ ਨੇ, ਬੜੀ ਕਠਨ ਸਾਧਨਾ ਕਰ ਰਹੇ ਨੇ, ਪਰ ਰੱਬੀ ਰਜਾ ਵਿੱਚ ਨਹੀਂ ਤੁਰਦੇ। ਤੇ ਉਹਨਾਂ ਨੂੰ ਇਹ ਗੱਲ ਦਾ ਮਾਣ ਹੁੰਦਾ ਹੈ ਕਿ ਮੈਂ ਆਪਣੀ ਇਸ ਘਾਲ ਕਮਾਈ ਦੀ ਬਰਕਤ ਨਾਲ ਰੱਬ ਨੂੰ ਥੱਲੇ ਲਾ ਲਵਾਂਗਾ, ਰੱਬ ਨੂੰ ਮੈਂ ਪਾ ਲਵਾਂਗਾ। ਇੱਥੇ ਮਨਹਟ ਦੇ ਕਰਮਾਂ ਦਾ ਜ਼ਿਕਰ ਹੈ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਕੇ ਪੀ ਪੀ ਕੇ ਘਾਲਣਾ ਘਾਲੀ। ਤੈਂ ਸਹੁ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਇਹਨੂੰ ਪਾਏ ਨਹੀਂ ਪੜਨਾ, ਪਾਏ, ਪਾਏ ਦਾ ਮਤਲਬ ਪੈਰਾਂ ਵਿੱਚ। ਪਰ ਹੇ ਪਤੀ ਪ੍ਰਭੂ, ਤੂੰ ਮੇਰੀ ਬਾਤ ਵੀ ਨਾ ਪੁੱਛੀ, ਭਾਵ ਤੂੰ ਮੇਰੀ ਸਾਰ ਵੀ ਨਾ ਲਈ, ਤੂੰ ਕਦੇ ਮੈਨੂੰ ਆਪਣੇ ਪੈਰਾਂ ਦੇ ਨਾਲ ਨਾ ਲਾਇਆ, ਚਰਨਾਂ ਦੇ ਨਾਲ ਨਾ ਜੋੜਿਆ, ਯਾਨੀ ਮੈਨੂੰ ਤੇਰੀ ਪ੍ਰਾਪਤੀ ਨਾ ਹੋਈ। ਮੈਂ ਮਹਿੰਦੀ ਵਾਂਗੂ ਆਪਣੇ ਆਪ ਨੂੰ ਭਿਆ ਲਿਆ, ਮਹਿੰਦੀ ਦੇ ਪੱਤੇ ਤੋੜੇ, ਉਹਨਾਂ ਨੂੰ ਕੁੱਟਿਆ, ਉਹਨਾਂ ਨੂੰ ਪੀਵਿਆ, ਲੇਕਿਨ ਤੂੰ ਮੈਨੂੰ ਪੈਰਾਂ ਨਾਲ ਹੀ ਨਾ ਲਾਇਆ, ਮੇਰੀ ਬਾਤ ਵੀ ਨਾ ਪੁੱਛੀ। ਹੁਣ ਇੱਥੇ ਕਰਮ ਕਾਂਡਾਂ ਦੀ ਗੱਲ ਕਰ ਰਹੀ ਹੈ। ਜਿਵੇਂ ਗੁਰੂ ਜੀ ਕਹਿੰਦੇ ਨੇ, ਨਾ ਤੂੰ ਆਵੇਂ ਵਸ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ, ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਪਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਰਹੇ ਬਿਬਾਣੀ ਮੜੀ ਮਸਾਣੀ, ਅੱਧ ਨਾ ਜਾਣੇ ਫਿਰ ਪਛਤਾਣੀ। ਇਹ ਸਾਰੇ ਕਰਮ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੂੰਗਮ ਸਾਧੇ, पंच जना सो संग न छुटक्यो, अधिक अहंग बुध बांधे, प्यारे इन बिद मिलन न जाई, मैं कि ये कर्म अनेका। इन्हां कम्मां नाल नहीं मिलदा। देश छोड़ परदेसें धाया, पन चंडाल नाले ले आया, कान फराए हिराए टूका, घर घर मांगे तृप्तावन ते चूका, बनता छोड़ बद नदर पर नारी, वेश न पाइए महा दुखियारी, बोले नाही हुई बैठा मूनी, अंतर कलप हुआइए जूनी, बिन सतगुर किने ना पाई परमगत। ਤਾਂ ਇੱਥੇ ਉਹਨਾਂ ਕਰਮ ਕਾਂਡਾਂ ਵੱਲ ਇਸ਼ਾਰਾ ਹੈ। ਪਰ ਕਈ ਵਾਰ ਬੰਦੇ ਦੀ ਸਮਝ ਵਿੱਚ ਗੱਲ ਨਹੀਂ ਆਉਂਦੀ ਤੇ ਬੰਦਾ ਸਮਝਦਾ ਹੈ ਕਿ ਫਿਰ ਰੱਬ ਦੇ ਨਾਲ ਪਿਆਰ ਕਿਉਂ ਕਰਨਾ ਹੋਇਆ। ਤਾਂ ਹੁਣ ਗੁਰੂ ਜੀ ਅਗਲੀ ਸ਼ਲੋਕਾਂ ਦੇ ਵਿੱਚ ਗੁਰੂ ਅਮਰਦਾਸ ਜੀ ਇਸ ਸ਼ਲੋਕ ਨੂੰ ਖੋਲ ਕੇ ਦੱਸ ਰਹੇ ਨੇ ਕਿ ਕਰਨਾ ਕੀ ਚਾਹੀਦਾ ਹੈ।
ਮਨ ਹਟ ਕਰਮ ਕਰਨ ਦੀ ਬਜਾਏ ਕੀ ਕਰਨਾ ਚਾਹੀਦਾ ਹੈ? ਮਹਿਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸ਼ਹੁ ਨਦਰ ਕਰੇ, ਕਿ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਦਿੱਤਾ ਹੈ। ਸ਼ੋ ਸਹੁ ਨਦਰ ਕਰੇ, ਉਹ ਪ੍ਰਭੂ ਆਪ ਰਹਿਮਤ ਦੀ ਨਜ਼ਰ ਕਰਦਾ ਹੈ। ਮਹਿੰਦੀ ਬਣਾਉਣ ਦਾ ਇੱਥੇ ਕਿ ਮੈਂ ਰੱਬ ਦੀ ਸ਼ਰਨ ਵਿੱਚ ਆ ਗਿਆ, ਰੱਬ ਦੀ ਰਜ਼ਾ ਵਿੱਚ। ਉਹ ਰੱਬ ਆਪ ਰਹਿਮਤ ਕਰੇਗਾ ਜੋ ਰਜ਼ਾ ਦੇ ਵਿੱਚ ਤੁਰਦਾ ਹੈ। ਸਾਡਾ ਕੰਮ ਹੈ ਰੱਬੀ ਸ਼ਰਨ ਵਿੱਚ ਆ ਜਾਣਾ, ਰੱਬੀ ਰਜ਼ਾ ਦੇ ਵਿੱਚ ਤੁਰਨਾ। ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਫਿਰ ਕੀ ਹੁੰਦਾ ਹੈ? ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲਏ। ਫਿਰ ਪ੍ਰਭੂ ਆਪ ਹੀ ਪੀਂਦਾ ਹੈ, ਆਪ ਹੀ ਰਗੜਦਾ ਹੈ ਮਹਿੰਦੀ ਨੂੰ, ਔਰ ਆਪ ਹੀ ਪੈਰਾਂ ਦੇ ਨਾਲ ਲਾ ਲੈਂਦਾ ਹੈ। ਮਤਲਬ ਇਹ ਪੰਕਤੀ ਦਾ ਮੀਨਿੰਗ ਇਹ ਹੈ ਕਿ ਜੋ ਰੱਬੀ ਰਜ਼ਾ ਮੁਤਾਬਕ ਤੁਰਦਾ ਹੈ, ਜੋ ਰਜ਼ਾ ਦੇ ਵਿੱਚ ਚੱਲਦਾ ਹੈ, ਪ੍ਰਭੂ ਆਪ ਹੀ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ। ਯਾਨੀ ਪ੍ਰਭੂ ਦੇ ਨਾਲ ਜੋ ਮਿਲਣ ਦਾ ਸਾਧਨ ਹੈ ਉਹ ਪ੍ਰਭੂ ਦੀ ਰਜ਼ਾ ਹੈ। ਉਹ ਆਪ ਜਿੱਧਰ ਤੁਰ ਰਿਹਾ ਹੈ ਉਧਰ ਤੁਰੇ ਬੰਦਾ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਇੱਥੇ ਜੈ ਔਰ ਤੈ ਨਹੀਂ, ਜੈ ਔਰ ਤੈ। ਪਿਰਮ ਪਿਆਲਾ ਦਾ ਮਤਲਬ ਪ੍ਰੇਮ ਦਾ ਪਿਆਲਾ। ਜੈ ਭਾਵੈ, ਇਹਦਾ ਅਰਥ ਇਹ ਨਹੀਂ ਕਰਦਾ ਕਿ ਰੱਬ ਨੂੰ ਜੋ ਪਾਉਂਦਾ ਹੈ ਉਹਨੂੰ ਦੇ ਦਿੰਦਾ ਹੈ। ਤਾਂ ਇਹਦਾ ਮਤਲਬ ਰੱਬ ਤਾਂ ਫਿਰ ਵਿਤਕਰਾ ਹੋ ਗਿਆ ਨਾ, ਵੀ ਜਿਹਨੂੰ ਜਿਹੜਾ ਰੱਬ ਨੂੰ ਚੰਗਾ ਲੱਗਾ ਦੇ ਦਿੱਤਾ, ਜਿਹੜਾ ਨਾ ਚੰਗਾ ਲੱਗਾ ਨਾ ਦਿੱਤਾ। ਰੱਬ ਨਹੀਂ ਹੈ ਐਸਾ, ਰੱਬ ਵਿਤਕਰੇ ਤੋਂ ਰਹਿਤ ਹੈ, ਨਿਰਵੈਰ ਹੈ। ਜੈ ਭਾਵੈ, ਇਹ ਪ੍ਰੇਮ ਦਾ ਪਿਆਲਾ ਜਿਹਨੂੰ ਪਾਉਂਦਾ ਹੈ, ਜਿਹਨੂੰ ਚੰਗਾ ਲੱਗਦਾ ਹੈ, ਤੈਂ ਦੇ, ਉਹਨੂੰ ਰੱਬ ਇਹ ਪ੍ਰੇਮ ਦਾ ਪਿਆਲਾ ਦੇ ਦਿੰਦਾ ਹੈ। ਜਿਹਨੂੰ ਰੱਬ ਨਾਲ ਪ੍ਰੇਮ ਕਰਨਾ ਚੰਗਾ ਲੱਗਦਾ ਹੈ। ਯਾਨੀ ਇੱਕ ਲੋਕ ਤੇ ਉਹ ਨੇ ਜਿਨ੍ਹਾਂ ਨੂੰ ਕਰਮ ਕਾਂਡ ਕਰਨੇ ਚੰਗੇ ਲੱਗ ਰਹੇ ਨੇ, ਤੇ ਉਹ ਕਰਮ ਕਾਂਡ ਕਰੀ ਜਾ ਰਹੇ ਨੇ, ਤੇ ਕਰਮ ਕਾਂਡਾਂ ਦੇ ਨਾਲ ਪ੍ਰਭੂ ਨੇ ਮਿਲਣਾ ਨਹੀਂ ਹੁੰਦਾ। ਦੂਜਾ ਹੈ ਰੱਬ ਦੇ ਨਾਲ ਪ੍ਰੇਮ ਕਰਨਾ, ਰੱਬ ਦੀ ਖਲਕਤ ਨਾਲ ਪ੍ਰੇਮ ਕਰਨਾ, ਰੱਬੀ ਹੁਕਮ ਨਾਲ ਪਿਆਰ ਕਰਨਾ, ਰੱਬੀ ਗੁਣਾਂ ਦੇ ਨਾਲ ਪਿਆਰ ਕਰਨਾ। ਜਿਹਨੂੰ ਇਹ ਪਿਆਲਾ ਚੰਗਾ ਲੱਗਦਾ ਹੈ, ਰੱਬ ਦੀ ਰਜ਼ਾ ਦਾ ਪਿਆਲਾ, ਤੈਂ ਦੇ, ਉਹਨੂੰ ਇਹ ਪ੍ਰੇਮ ਦਾ ਪਿਆਲਾ ਦੇ ਦਿੰਦਾ ਹੈ। ਉਹਨੂੰ ਇਹ ਪ੍ਰੇਮ ਦਾ ਪਿਆਲਾ ਮਿਲ ਜਾਂਦਾ ਹੈ, ਔਰ ਉਹ ਪ੍ਰਭੂ ਦੇ ਪ੍ਰੇਮ ਦੇ ਨਾਲ ਸਰਸਾਰ ਹੋ ਜਾਂਦਾ ਹੈ। ਤਾਂ ਇੱਥੋਂ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਪਿਆਰਿਓ, ਕਰਮ ਕਾਂਡਾਂ ਦੇ ਨਾਲ, ਮਨਹਟ ਦੇ ਨਾਲ ਸਾਡੇ ਅੰਦਰ ਇਨਸਾਨੀਅਤ ਸਾਡੇ ਅੰਦਰ ਪੈਦਾ ਨਹੀਂ ਹੁੰਦੀ, ਪ੍ਰਭੂ ਮਿਲਾਪ ਨਹੀਂ ਹੁੰਦਾ। ਸਗੋਂ ਗੁਰੂ ਬਖਸ਼ੇ ਗਿਆਨ ਦੇ ਨਾਲ ਰੱਬੀ ਰਜ਼ਾ ਨੂੰ ਸਮਝ ਕੇ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵਿਆਂ ਇਹ ਪ੍ਰੇਮ ਦਾ ਪਿਆਲਾ ਮਿਲਦਾ ਹੈ। ਬੰਦਾ ਮਹਾਨ ਹੋ ਜਾਂਦਾ ਹੈ ਜੋ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਪੌੜੀ, ਵੇਕੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੇ ਜਾਏ ਸਮਾਹੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵੇਕੀ ਦਾ ਮਤਲਬ ਵੱਖੋ ਵੱਖ ਕਿਸਮ ਦੀ, ਉਪਾਇਨ ਦਾ ਮਤਲਬ ਪੈਦਾ ਕੀਤੀ ਹੈ, ਹੁਕਮ ਦਾ ਮਤਲਬ ਹੁਕਮ ਵਿੱਚ, ਸਮਾਹੀ ਦਾ ਮਤਲਬ ਹੈਗਾ ਕਿ ਰੁੱਝੇ ਰਹਿੰਦੇ ਨੇ। ਸਮਾਹੀ ਦਾ ਮਤਲਬ ਰੁੱਝੇ ਰਹਿਣਾ ਵੀ ਹੁੰਦਾ ਹੈ। ਜਿਵੇਂ ਆਪਣੇ ਡਾਕਟਰ ਗੁਰਚਰਨ ਸਿੰਘ ਜੀ ਨੇ ਉਹ ਸਮਾਹੀ ਦਾ ਅਰਥ ਕਰਦੇ ਨੇ ਰੁੱਝੇ ਹੋਏ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਸਮਾਹੀ ਦਾ ਮਤਲਬ ਰੁੱਝੇ ਰਹਿਣਾ। ਵੇਕੀ ਦਾ ਮਤਲਬ ਕਈ ਕਿਸਮਾਂ ਦੀ। ਹੁਕਮ ਆਵੇ, ਆਏ ਦਾ ਮਤਲਬ ਆਉਂਦਾ ਹੈ, ਜਾਏ ਦਾ ਮਤਲਬ ਜਾਂਦਾ ਹੈ, ਤੇ ਸਮਾਹੀ ਦਾ ਮਤਲਬ ਰੁੱਝਿਆ ਰਹਿੰਦਾ ਹੈ। ਜਿੰਨਾ ਚਿਰ ਬੰਦਾ ਜ਼ਿੰਦਗੀ ਜੀਂਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ ਅਸੀਂ ਰੁੱਝੇ ਹੋਏ ਨਾ ਇਸ ਕੰਮ ਦੇ ਵਿੱਚ। ਚੰਗੇ ਜਾਂ ਮਾੜੇ ਗੱਲ ਵੱਖਰੀ ਹੈ, ਜ਼ਿੰਦਗੀ ਜੀਣਾ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਨੇ ਰੰਗਾ ਰੰਗ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ। ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੁਕਮ ਵਿੱਚ ਜਨਮ ਲੈਂਦੇ ਨੇ, ਹੁਕਮ ਦੇ ਅੰਦਰ ਹੀ ਇਸ ਦੁਨੀਆ ਵਿੱਚ ਰੁੱਝੇ ਰਹਿੰਦੇ ਨੇ, ਕੰਮਕਾਰ ਕਰਦੇ ਜੀਵਨ ਜੀਂਦੇ ਨੇ, ਔਰ ਹੁਕਮ ਦੇ ਅੰਦਰ ਹੀ ਚਲੇ ਜਾਂਦੇ ਨੇ। ਯਾਨੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਯਾਨੀ ਜਨਮ, ਜੀਵਨ ਔਰ ਮੌਤ ਉਸ ਪ੍ਰਭੂ ਦੇ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਨਹੀਂ। ਆਪੇ ਵੇਖ ਵਿਗਸ ਦਾ, ਦੂਜਾ ਕੋ ਨਾਹੀ। ਵਿਗਸਤਾ ਦਾ ਮਤਲਬ ਖੁਸ਼ ਹੁੰਦਾ ਹੈ। ਪ੍ਰਭੂ ਆਪ ਹੀ ਆਪਣੀ ਇਸ ਰਚਨਾ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ। ਦੂਜਾ ਕੋ ਨਾਹੀ, ਉਹਦੇ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ ਹੈ।
ਤਾਂ ਆਪ ਇਸ ਰਚਨਾ ਦੇ ਵਿੱਚ ਰਹਿੰਦਾ ਹੋਇਆ ਖੁਸ਼ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ ਕਿ ਇਸ ਸ੍ਰਿਸ਼ਟੀ ਦੇ ਅੰਦਰ ਖੁਸ਼ੀ ਹੈ, ਕਿਉਂਕਿ ਰੱਬ ਹਮੇਸ਼ਾ ਹੀ ਖੁਸ਼ ਹੈ ਨਾ। ਵੇਖੈ ਵਿਗਸੈ ਕਰ ਵਿਚਾਰ। ਔਰ ਇੱਕ ਗੱਲ ਯਾਦ ਰੱਖਣਾ ਕਿ ਇਸ ਦੁਨੀਆ ਦੇ ਅੰਦਰ ਖੁਸ਼ੀਆਂ ਹੀ ਖੁਸ਼ੀਆਂ ਨੇ ਚਾਰ ਚੁਫੇਰੇ। ਜਿਵੇਂ ਮੈਂ ਬਹੁਤ ਵਾਰੀ ਇਹ ਗੱਲਾਂ ਸਾਂਝੀਆਂ ਕਰ ਚੁੱਕਾ, ਹਰ ਰੋਜ਼ ਹਰ ਕਲਾਸ ਦੇ ਵਿੱਚ ਅਸੀਂ ਇਹ ਗੱਲਾਂ ਸਾਂਝੀਆਂ ਸਾਰੇ ਵੀਰ ਭੈਣਾਂ ਕਰ ਰਹੇ ਹਾਂ ਕਿ ਕਿਹੜੀ ਐਸੀ ਚੀਜ਼ ਹੈ ਜਿਹੜੀ ਬੰਦੇ ਨੂੰ ਖੁਸ਼ੀ ਵਾਸਤੇ ਚਾਹੀਦੀ ਹੋਵੇ ਤੇ ਉਹ ਇਸ ਦੁਨੀਆ ਵਿੱਚ ਨਾ ਹੋਵੇ। ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਨਦੀਆਂ, ਨਾਲੇ, ਝੀਲਾਂ, ਦਰਿਆ, ਝਰਨੇ, ਵਨਸਪਤੀ, ਹਜ਼ਾਰਾਂ ਕਿਸਮ ਦਾ ਅੰਨ ਆਦਿਕ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਧਨ ਦੌਲਤ, ਇੱਥੇ ਹੀਰੇ, ਚਾਂਦੀ, ਸੋਨੇ ਦੀਆਂ ਖਾਨਾਂ, ਕਿਹੜੀ ਐਸੀ ਸ਼ੈ ਹੈ ਜਿਹੜੀ ਖੁਸ਼ੀ ਵਾਸਤੇ ਚਾਹੀਦੀ ਹੋਵੇ ਤੇ ਨਾ ਹੋਵੇ? ਹਰ ਗੁਣ ਬੰਦੇ ਦੇ ਅੰਦਰ ਮੌਜੂਦ ਹੈ। ਤਾਂ ਇਸ ਖੁਸ਼ੀ ਨੂੰ ਮਾਣਿਆ ਜਾ ਸਕਦਾ ਹੈ, ਸਿਰਫ ਆਪਣੀ ਸੋਚ ਬਦਲਣ ਦੀ ਲੋੜ ਹੈ। ਦੁਨੀਆ ਨੂੰ ਵੇਖਣ ਦਾ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ। ਜ਼ਿੰਦਗੀ ਜੀਣ ਦਾ ਢੰਗ ਬਦਲਣ ਦੀ ਜ਼ਰੂਰਤ ਹੈ। ਤਾਂ ਚਾਰ ਚੁਫੇਰੇ ਖੁਸ਼ੀਆਂ ਹੀ ਖੁਸ਼ੀਆਂ ਦਿਸਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ ਆਪ ਹੀ ਇਸ ਸੰਸਾਰ ਨੂੰ ਪੈਦਾ ਕਰਕੇ ਸੰਭਾਲਦਾ ਖੁਸ਼ ਹੋ ਰਿਹਾ ਹੈ। ਦੂਜਾ ਕੋਈ ਹੋਰ ਨਹੀਂ ਹੈ, ਉਹ ਸਭ ਦੇ ਵਿੱਚ ਹੈ। ਜਿਉਂ ਭਾਵੈ ਤਿਉਂ ਰੱਖ ਤੂੰ, ਗੁਰ ਸ਼ਬਦ ਬੁਝਾਹੀ। ਬੁਝਾਹੀ ਦਾ ਮਤਲਬ ਤੂੰ ਸਮਝ ਦਿੰਦਾ ਹੈ। ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਜੀਵਾਂ ਨੂੰ ਤੂੰ ਰੱਖ, ਤੇ ਆਪ ਹੀ ਤੂੰ ਜੀਵਾਂ ਨੂੰ ਗੁਰੂ ਦੇ ਰਾਹੀਂ ਮੱਤ ਦਿੰਦਾ ਹੈ। ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਹੀ ਚਲਾਉਂਦਾ ਹੈ, ਤਿਵੇਂ ਹੀ ਇਹ ਹੁਕਮ ਹੈ। ਪਰ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਸਾਨੂੰ ਇਸ ਚੀਜ਼ ਦੀ ਸਮਝ ਪੈਂਦੀ ਹੈ ਕਿ ਹਰ ਚੀਜ਼ ਰੱਬੀ ਹੁਕਮ ਦੇ ਅੰਦਰ ਹੈ। ਰੱਬੀ ਹੁਕਮ ਦੇ ਅੰਦਰ ਅਸੀਂ ਸੁਖ, ਸ਼ਾਂਤੀ, ਆਨੰਦ ਆਦਿਕ ਮਾਨ ਸਕਦੇ ਹਾਂ। ਰੱਬੀ ਹੁਕਮ ਦਾ ਮਤਲਬ ਜੋ ਕੁਦਰਤ ਦੇ ਬਜਵੇਂ ਨਿਯਮ ਨੇ। ਸਭਨਾ ਤੇਰਾ ਜੋਰ ਹੈ, ਜਿਉਂ ਭਾਵੈ ਤਿਵੇਂ ਚਲਾਹੀ। ਚਲਾਹੀ ਦਾ ਮਤਲਬ ਚਲਾਉਂਦਾ ਹੈ। ਜੋਰ ਦਾ ਮਤਲਬ ਆਸਰਾ। हे ਪ੍ਰਭੂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਜਿਵੇਂ ਤੈਨੂੰ ਭਾਉਂਦਾ ਹੈ ਤਿਵੇਂ ਹੀ ਤੂੰ ਜੀਵਾਂ ਨੂੰ ਚਲਾਉਂਦਾ ਹੈ। ਭਾਵ ਕਿ ਸਾਰੀ ਸ੍ਰਿਸ਼ਟੀ ਕੁਦਰਤੀ ਜੋ ਬਜਵੇਂ ਨਿਯਮ ਨੇ ਉਹਨਾਂ ਦੇ ਅੰਦਰ ਕੰਮ ਕਰ ਰਹੀ ਹੈ, ਨਿਯਮਾਂ ਤੋਂ ਬਾਹਰ ਨਹੀਂ। ਤੁਧ ਜੇਵਡ ਮੈਂ ਨਾਹੇ ਕੋ, ਕਿਸ ਆਖ ਸੁਣਾਈ। ਸੁਣਾਈ ਦਾ ਮਤਲਬ ਮੈਂ ਸੁਣਾਵਾਂ ਕਿ हे ਪ੍ਰਭੂ, ਮੈਨੂੰ ਤੇਰੇ ਜਿਹੜਾ ਵੱਡਾ ਹੋਰ ਕੋਈ ਦਿਸਦਾ ਨਹੀਂ। ਤੁਧ ਜੇਵਡ ਮੈਂ ਨਾਹੇ ਕੋ, ਤੇਰੇ ਜਿਹੜਾ ਵੱਡਾ, ਤੇਰੇ ਵਰਗਾ ਮਹਾਨ, ਤੇਰੇ ਵਰਗਾ ਦਿਆਲੂ, ਰਹਿਮਤ ਦਾ ਘਰ ਮੈਨੂੰ ਹੋਰ ਕੋਈ ਦਿਸਦਾ ਨਹੀਂ ਕਿ ਕਿਸ ਦੀ ਬਾਬਤ ਆਖ ਕੇ ਦੱਸਾਂ ਕਿ ਉਹ ਬੰਦਾ ਤੇਰੇ ਜਿਹੜਾ ਹੈ, ਉਹ ਫਲਾ ਇਨਸਾਨ ਤੇਰੇ ਜਿਹੜਾ ਹੈ, ਕੋਈ ਦੇਵੀ ਦੇਵਤਾ, ਕੋਈ ਪੀਰ, ਮੜੀ ਕਬਰ ਬਾਬਾ, ਕਿ ਉਹ ਤੇਰੇ ਵਰਗਾ ਹੈ ਜਾਂ ਤੇਰੇ ਤੋਂ ਵੱਡਾ ਹੈ। ਕਿਹਨੂੰ ਆਖਾਂ, ਕਿਹਨੂੰ ਦੱਸਾਂ, ਕਿਹਦੇ ਅੱਗੇ ਸੁਣਾਵਾਂ? ਤੇਰੇ ਜਿਹੜਾ ਵੱਡਾ ਮੇਰੇ ਵਾਸਤੇ ਕੋਈ ਨਹੀਂ ਹੈ। ਤੂੰ ਮਹਾਨ ਹੈ ਔਰ ਮੈਂ ਤੇਰੀ ਰਜ਼ਾ ਪਾਣੇ ਦੇ ਵਿੱਚ ਹੀ ਚੱਲ ਸਕਦਾ ਹਾਂ। ਕਿਸ ਨੂੰ ਮੈਂ ਇਹ ਗੱਲ ਆਖ ਕੇ ਵਰਣਨ ਕਰਕੇ ਦੱਸਾਂ? ਭਾਵ ਕਿ ਪ੍ਰਭੂ ਸਭ ਤੋਂ ਵੱਡਾ ਔਰ ਮਹਾਨ ਹੈ, ਤੇ ਉਸ ਪ੍ਰਭੂ ਦੀ ਰਜ਼ਾ ਪਾਣੇ ਦੇ ਵਿੱਚ ਜੀਵਨ ਜੀ ਕੇ ਅਸੀਂ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ